ਕਿਸਾਨ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਅਸੀਂ ਸੋਸ਼ਲਾਈਜੇਸ਼ਨ ਜੋ ਤੁਹਾਡਾ ਬਹੁਤ ਹੀ ਇੰਪੋਰਟੈਂਟ ਟੌਪਿਕ ਆ ਸਮਾਜੀਕਰਨ ਉਸ ਦੇ ਨਾਲ ਰਿਲੇਟਡ ਐਮਸੀਕਿਊ ਡਿਸਕਸ ਕਰਾਂਗੇ। ਤਾਂ ਬੇਟਾ ਅਗਰ ਤੁਸੀਂ ਕਲਾਸਿਸ ਲੈਣਾ ਚਾਹੁੰਦੇ ਹੋ ਇਹਨਾਂ ਦੀ ਥਿਊਰੀ ਕਲਾਸਿਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ 9988000121 ਦੇ ਉੱਪਰ WhatsApp ਕਰਕੇ ਜਾਂ ਡਾਇਰੈਕਟ ਕਾਲ ਕਰਕੇ ਕੋਰਸ ਪਰਚੇਜ਼ ਕਰ ਸਕਦੇ ਹੋ। ਅੱਜ ਦੀ ਕਲਾਸ ਦੇ ਵਿੱਚ ਬੇਟਾ ਜੀ ਅਸੀਂ ਜੋ ਐਮਸੀਕਿਊ ਹੈਗੇ ਨੇ ਉਹ ਸਟਾਰਟ ਕਰਦੇ ਹਾਂ। ਇੱਥੇ ਫਰਸਟ ਕੁਐਸਚਨ ਹੈਗਾ ਆਪਣੇ ਕੋਲ ਵਿਚ ਵਨ ਆਫ ਫੋਲੋਇੰਗ ਇਜ਼ ਦਾ ਫਰਸਟ ਸੋਰਸ ਫॉर ਦਾ ਸੋਸ਼ਲਾਈਜੇਸ਼ਨ। ਪਹਿਲਾਂ ਤਾਂ ਤੁਹਾਨੂੰ ਸਭ ਨੂੰ ਪਤਾ ਹੋਣਾ ਪੰਜਾਬੀ ਦੇ ਵਿੱਚ ਕੀ ਹੈ ਸਮਾਜੀਕਰਨ, ਠੀਕ ਹੈ, ਜਾਨੀ ਕਿ ਆਪਾਂ ਕਹੀਏ ਸਮਾਜ ਦਾ ਅਨੁਕਰਨ, ਠੀਕ ਹੈ। ਸਮਾਜ ਦਾ ਅਨੁਕਰਨ ਦਾ ਮਤਲਬ ਕੀ ਹੁੰਦਾ ਨਕਲ, ਠੀਕ ਹੈ। ਤਾਂ ਜੋ ਸਮਾਜ ਹੈਗਾ ਸਮਾਜ ਦੇ ਕੁਝ ਰੂਲਸ ਨੇ, ਠੀਕ ਹੈ, ਸਮਾਜ ਨੇ ਕੁਝ ਜਿਹੜੇ ਨਿਯਮ ਬਣਾਏ ਹੋਏ ਨੇ ਕੁਝ ਨੋਰਮਸ ਨੇ ਉਹਨਾਂ ਨਿਯਮਾਂ ਨੂੰ ਫੋਲੋ ਕਰਨਾ ਹੀ ਕੀ ਹੈ ਬੇਟਾ ਜੀ ਸਮਾਜੀਕਰਨ। ਮਤਲਬ ਜਿਹੜੇ ਸਮਾਜ ਦੇ ਵਿੱਚ ਜਿਹੜੇ ਸੱਭਿਆਚਾਰ ਦੇ ਵਿੱਚ ਤੁਸੀਂ ਰਹਿੰਦੇ ਹੋ ਉੱਥੋਂ ਦੇ ਜੋ ਨੇਮ ਹੈਗੇ ਨੇ ਜੋ ਨੋਰਮਸ ਹੈਗੇ ਨੇ, ਠੀਕ ਹੈ, ਉਹਨਾਂ ਨੂੰ ਜੋ ਤੁਸੀਂ ਫੋਲੋ ਕਰਦੇ ਹੋ ਤਾਂ ਉਹ ਕੀ ਹੈਗਾ ਜੀ ਉਹਨਾਂ ਨੂੰ ਗ੍ਰਹਿਣ ਕਰਦੇ ਹੋ ਤਾਂ ਉਹ ਕੀ ਹੈਗੀ ਆ ਸੋਸ਼ਲਾਈਜੇਸ਼ਨ। ਤਾਂ ਇਹਦਾ ਫਰਸਟ ਸੋਰਸ ਕਿਹੜਾ ਹੈਗਾ ਬੇਟਾ ਜੀ ਤੁਹਾਨੂੰ ਸਭ ਨੂੰ ਪਤਾ ਇੱਕ ਪ੍ਰਾਇਮਰੀ ਸੋਸ਼ਲਾਈਜੇਸ਼ਨ ਹੁੰਦੀ ਹੈ ਇੱਕ ਸੈਕੰਡਰੀ ਸੋਸ਼ਲਾਈਜੇਸ਼ਨ ਹੁੰਦੀ ਆ। ਪ੍ਰਾਇਮਰੀ ਸੋਸ਼ਲਾਈਜੇਸ਼ਨ ਦਾ ਮੁੱਖ ਸਰੋਤ ਜਿਹੜਾ ਹੁੰਦਾ ਉਹਦਾ ਪਰਿਵਾਰ ਹੁੰਦਾ, ਠੀਕ ਹੈ। ਤੇ ਪਰਿਵਾਰ ਹੀ ਜਿਹੜਾ ਸਾਡਾ ਹੈਗਾ ਉਹ ਕਿਉਂਕਿ ਫਰਸਟ ਸੋਰਸ ਆ ਤਾਂ ਫਰਸਟ ਸੋਰਸ ਮਤਲਬ ਪ੍ਰਾਇਮਰੀ, ਠੀਕ ਹੈ, ਪਹਿਲਾ ਸਰੋਤ। ਤਾਂ ਪਹਿਲਾ ਸਰੋਤ ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਤਾਂ ਆਪਣੀ ਕਿੱਥੇ ਹੁੰਦਾ ਘਰ ਦੇ ਵਿੱਚ ਹੁੰਦਾ ਪਰਿਵਾਰ ਦੇ ਵਿੱਚ ਹੁੰਦਾ। ਪਰਿਵਾਰ ਤੋਂ ਹੀ ਉਹ ਸਮਾਜ ਦਾ ਹਿੱਸਾ ਬਣਨ ਤੋਂ ਪਹਿਲਾਂ, ਠੀਕ ਹੈ, ਸਮਾਜ ਦਾ ਹਿੱਸਾ ਬਣਨ ਤੋਂ ਪਹਿਲਾਂ ਹੀ ਬੱਚਾ ਘਰ ਤੋਂ ਆਪਣੀ ਮਾਂ ਪਿਓ ਤੋਂ ਆਪਣੇ ਭੈਣ ਭਰਾਵਾਂ ਤੋਂ ਜਿਹੜਾ ਹੈਗਾ ਸਮਾਜ ਦੇ ਕੁਝ ਨਿਯਮਾਂ ਨੂੰ ਗ੍ਰਹਿਣ ਕਰਦਾ। ਤੇ ਇਹਦਾ ਮਤਲਬ ਫਰਸਟ ਸੋਰਸ ਕੀ ਹੈਗੀ ਨੇ ਜੀ ਸਾਡੀ ਫੈਮਿਲੀ, ਠੀਕ ਹੈ ਜੀ। ਬਾਕੀ ਜਿਹੜੇ ਤਿੰਨੋਂ ਸਰੋਤ ਨੇ ਸਾਡੇ ਕੋਲ ਸੈਕੰਡਰੀ ਸੋਸ਼ਲਾਈਜੇਸ਼ਨ ਦੇ ਅੰਡਰ ਆਉਂਦੇ ਨੇ। ਕਲੀਅਰ, ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਾ ਚੁੱਕੀ ਹਾਂ ਵਟ ਇਜ਼ ਦਾ ਪ੍ਰਾਇਮਰੀ ਸੋਸ਼ਲਾਈਜੇਸ਼ਨ ਐਂਡ ਵਟ ਇਜ਼ ਦਾ ਸੈਕੰਡਰੀ ਸੋਸ਼ਲਾਈਜੇਸ਼ਨ, ਠੀਕ ਹੈ। ਸੈਕੰਡ ਕੁਐਸਚਨ ਬੇਟਾ ਜੀ ਸੋਸ਼ਲਾਈਜੇਸ਼ਨ ਕੀ ਹੈ ਮੈਂ ਹੁਣੇ ਤੁਹਾਨੂੰ ਦੱਸ ਕੇ ਹਟੀ ਹਾਂ, ਹਨਾ। ਕਹਿੰਦੇ ਚੇਂਜ ਇਨ ਸੋਸ਼ਲ ਨੋਰਮਸ, ਨਹੀਂ ਚੇਂਜ ਨਹੀਂ ਹੈਗੀ ਅਡੈਪਸ਼ਨ ਆ, ਠੀਕ ਹੈ। ਦੇਖਦੇ ਆ ਕਿਤੇ ਅਡੈਪਸ਼ਨ ਹੈ ਤਾਂ ਰੈਪਿਡ ਬਿਟਵੀਨ, ਰੈਪਿਡ ਮਤਲਬ ਹੁੰਦਾ ਸੰਬੰਧ ਬਿਟਵੀਨ ਟੀਚਰ ਐਂਡ ਟੌਟ, ਠੀਕ ਹੈ। ਜਿਹੜਾ ਬੱਚਾ ਸਿੱਖ ਰਿਹਾ ਹੈਗਾ ਤੇ ਜਿਹੜਾ ਮਤਲਬ ਸਿਖਿਆਰਥੀ ਹੈਗਾ ਉਹਨੇ ਕੀ ਸਿਖਾਇਆ ਉਹਦੇ ਚ ਤੇ ਸੌਰੀ ਜਿਹੜਾ ਟੀਚਰ ਹੈਗਾ ਉਹਨੇ ਕੀ ਸਿਖਾਇਆ ਉਹਨਾਂ ਦੋਨਾਂ ਚੀਜ਼ਾਂ ਦੇ ਵਿਚਕਾਰ ਰਿਲੇਸ਼ਨ ਕਹਿੰਦੇ। ਪ੍ਰੋਸੈਸ ਆਫ ਮਾਡਰਨਾਈਜੇਸ਼ਨ ਆਫ ਸੋਸਾਇਟੀ, ਸੋਸਾਇਟੀ ਦਾ ਆਧੁਨਿਕਰਨ ਨਹੀਂ, ਠੀਕ ਹੈ। ਅਗਲੀ ਦੇ ਤੇ ਲਾਸਟ ਲਾਈਨ ਦੇਖੋ ਅਡੈਪਸ਼ਨ ਆਫ ਸੋਸ਼ਲ, ਅਡੈਪਸ਼ਨ ਮਤਲਬ ਹੁੰਦਾ ਅਡੈਪਟ ਕਰਨਾ, ਠੀਕ ਹੈ, ਅਨੁਕੂਲਨ ਕਰਨਾ, ਖੁਦ ਨੂੰ ਢਾਲਣਾ। ਤਾਂ ਜਿਹੜੇ ਸਮਾਜ ਦੇ ਨਿਯਮ ਹੈਗੇ ਨੇ ਉਹਨਾਂ ਦੇ ਅਕੋਰਡਿੰਗ ਖੁਦ ਨੂੰ ਢਾਲਣਾ ਹੀ ਕੀ ਹੈਗਾ ਜਾਂ ਉਹਨਾਂ ਨਿਯਮਾਂ ਨੂੰ ਗ੍ਰਹਿਣ ਕਰਨਾ ਹੀ ਕੀ ਹੈਗਾ ਜੀ ਸੋਸ਼ਲਾਈਜੇਸ਼ਨ। ਨੈਕਸਟ ਕੁਐਸਚਨ ਬੇਟਾ ਜੀ ਵਿਚ ਆਫ ਫੋਲੋਇੰਗ ਸਟੇਟਮੈਂਟ ਇਜ਼ ਟਰੂ। ਤਾਂ ਕਹਿੰਦੇ ਇਹਦੇ ਵਿੱਚੋਂ ਕਿਹੜਾ ਕਥਨ ਸਹੀ ਆ ਸੀ ਇਹ ਦੇਖਣਾ। ਪਹਿਲਾ ਪੁਆਇੰਟ ਹੈਗਾ ਸੋਸ਼ਲਾਈਜੇਸ਼ਨ ਪਲੇ ਨੋ ਪਾਰਟ ਇਨ ਦਾ ਪਰਸਨੈਲਿਟੀ ਫਾਰਮੇਸ਼ਨ ਇਨ ਇੰਡੀਵਿਜੂਅਲ, ਠੀਕ ਹੈ, ਬਿਲਕੁਲ ਗਲਤ ਆ। ਕਿਉਂਕਿ ਜਿਹੜੀ ਸੋਸ਼ਲਾਈਜੇਸ਼ਨ ਹੈਗੀ ਆ ਬੇਟਾ ਇਹ ਕਹਿੰਦੇ ਕਿ ਸਾਡੀ ਸ਼ਖਸੀਅਤ ਜਾਨੀ ਪਰਸਨੈਲਿਟੀ ਦੀ ਫਾਰਮੇਸ਼ਨ ਜਾਨੀ ਜਿਹੜੀ ਸਾਡੀ ਸੰਪੂਰਨ ਪਰਸਨੈਲਿਟੀ ਹੈਗੀ ਹੈ ਇੱਕ ਬੱਚੇ ਦੀ ਜਾਂ ਇੱਕ ਵਿਅਕਤੀ ਦੀ ਜਿਹੜੀ ਸੰਪੂਰਨ ਪਰਸਨੈਲਿਟੀ ਆ ਉਹਦੇ ਚ ਕੋਈ ਰੋਲ ਨਹੀਂ ਹੁੰਦਾ, ਬਿਲਕੁਲ ਗਲਤ ਆ। ਸਾਡੀ ਪਰਸਨੈਲਿਟੀ ਦੇ ਉੱਪਰ ਸਾਡੇ ਸਮਾਜ ਦਾ ਜਿੱਥੇ ਤੁਸੀਂ ਰਹਿੰਦੇ ਹੋ ਉਹਦਾ ਬਹੁਤ ਜ਼ਿਆਦਾ ਅਸਰ ਹੁੰਦਾ, ਠੀਕ ਹੈ। ਦੈਨ ਕਹਿੰਦੇ ਲਾਰਜ ਸਕੇਲ ਕੰਪਲੈਕਸ ਸੁਸਾਇਟੀਜ਼ ਜਿਹੜੀਆਂ ਬਹੁਤ ਵੱਡੀਆਂ ਤੇ ਕੰਪਲੈਕਸ ਗੰਭੀਰ ਸੁਸਾਇਟੀਜ਼ ਹਨ, ਠੀਕ ਹੈ, ਦੈਟ ਆਰ ਨਾਟ ਕਲਚਰਲੀ ਹੋਮੋਜੀਨੀਅਸ, ਕਹਿੰਦੇ ਉਹ ਸੱਭਿਆਚਾਰਕ ਤੌਰ ਤੇ ਹੋਮੋਜੀਨੀਅਸ ਨਹੀਂ ਹੈਗੀਆਂ ਇੱਕੋ ਜਿਹੀਆਂ ਨਹੀਂ ਹੈਗੀਆਂ, ਠੀਕ ਹੈ। ਹੈਵ ਯੂਨਾਨਿਮਸ ਐਗਰੀਮੈਂਟ ਅਬਾਊਟ ਦਾ ਵਟ ਦੇ ਸ਼ੁੱਡ ਬੀ ਸ਼ੇਅਰਡ ਨੋਰਮਸ, ਠੀਕ ਹੈ। ਕਹਿੰਦੇ ਵੈਸੇ ਤਾਂ ਬਹੁਤ ਗੁੰਝਲਦਾਰ ਹੁੰਦੀਆਂ ਔਰ ਸੱਭਿਆਚਾਰਕ ਤੌਰ ਤੇ ਇੱਕ ਨਹੀਂ ਹੁੰਦੀਆਂ ਬਟ ਕੁਝ ਜਿਹੜੇ ਮਾਪਦੰਡ ਹੈਗੇ ਨੇ ਕਹਿੰਦੇ ਉਹਨਾਂ ਦੇ ਵਿੱਚ ਕਹਿੰਦੇ ਬਟ ਉਹਨਾਂ ਦੇ ਜਿਹੜੇ ਮਾਪਦੰਡ ਹੈਗੇ ਨੇ ਸਾਂਝੇ ਮਾਪਦੰਡ ਨੇ ਉਹ ਸਰਬਸੰਮਤੀ ਦੇ ਨਾਲ ਸਹਿਮਤ ਹੁੰਦੇ ਨੇ। ਬੇਟਾ ਜਿਹੜੀ ਸੁਸਾਇਟੀ ਹੀ ਕੰਪਲੈਕਸ ਆ ਵੱਡੀ ਆ ਉੱਥੇ ਕਿਤੇ ਵੀ ਸਰਬਸੰਮਤੀ ਸਥਾਪਿਤ ਹੋਣਾ ਕਿਸੇ ਮਾਪਦੰਡ ਨੂੰ ਲੈ ਕੇ ਪੋਸਿਬਿਲਿਟੀ ਬਹੁਤ ਘੱਟ ਹੁੰਦੀ ਹੈ ਨਾ। ਅਗਲੀ ਦੇਖਦੇ ਆ ਅਸੀਂ ਸੋਸ਼ਲ ਨੈਕਸਟ ਹੈਗਾ ਬੇਟਾ ਜੀ ਸਕਸੈਸਫੁਲ ਸੋਸ਼ਲਾਈਜੇਸ਼ਨ ਕੈਨ ਰਿਜ਼ਲਟ ਇਨ ਯੂਨੀਫਾਰਮਿਟੀ ਵਿਦਿਨ ਅ ਸੋਸਾਇਟੀ। ਤਾਂ ਕਹਿੰਦੇ ਸਕਸੈਸਫੁਲ ਜਾਨੀ ਕਿ ਜਿਹੜੀ ਸਫਲ ਸਮਾਜੀਕਰਨ ਆ ਉਹ ਕਾਹਦਾ ਰਿਜ਼ਲਟ ਹੋਊਗਾ ਯੂਨੀਫਾਰਮਿਟੀ ਵਿਦਿਨ ਅ ਸੋਸਾਇਟੀ। ਤਾਂ ਆਪਾਂ ਇੱਥੇ ਉੱਪਰਲੀ ਸਟੇਟਮੈਂਟ ਇਹਦੇ ਉਲਟੀ ਇੱਕ ਤਰੀਕੇ ਨਾਲ ਤਾਂ ਇਹ ਕਹਿੰਦੀ ਆ ਕਿ ਯੂਨੀਫਾਰਮਿਟੀ ਨਹੀਂ ਹੈਗੀ, ਹਨਾ, ਕਲਚਰਲੀ ਉਹਨਾਂ ਚ ਕੋਈ ਯੂਨੀਫਾਰਮਿਟੀ ਨਹੀਂ ਹੈਗੀ ਤੇ ਅਗਰ ਯੂਨੀਫਾਰਮਿਟੀ ਨਹੀਂ ਹੈਗੀ ਤਾਂ ਫਿਰ ਸਕਸੈਸਫੁਲ ਸੋਸ਼ਲਾਈਜੇਸ਼ਨ ਨਹੀਂ ਹੋ ਸਕਦੀ। ਤਾਂ ਇਹੀ ਸਾਡੇ ਕੋਲ ਇੱਥੇ ਰਾਈਟ ਆਨਸਰ ਆ। ਜਿਹੜੀ ਸਕਸੈਸਫੁਲ ਸੋਸ਼ਲਾਈਜੇਸ਼ਨ ਆ ਹਮੇਸ਼ਾ ਕਿਹਦਾ ਨਤੀਜਾ ਹੋਊਗੀ ਬੇਟਾ ਜੀ ਅਗਰ ਜਿਹੜੀ ਸੁਸਾਇਟੀ ਹੈਗੀ ਆ ਉਹਦੇ ਇਕਸਾਰਤਾ ਹੈਗੀ ਹੈ। ਜੇ ਇੱਕੋ ਜਿਹੇ ਨਿਯਮ ਸਾਰੇ ਸਮਾਜ ਦੇ ਹੋਣਗੇ ਤਾਂ ਬੱਚੇ ਲਈ ਗ੍ਰਹਿਣ ਕਰਨੇ ਈਜ਼ੀ ਹੋ ਜਾਣਗੇ, ਉਹ ਮੰਨਣੇ ਸੌਖੇ ਹੋ ਜਾਣਗੇ, ਠੀਕ ਹੈ ਜੀ। ਨੈਕਸਟ ਬੇਟਾ ਜੀ
in which bioecological system would the parents workplace ਹੈ located। ਤੁਹਾਨੂੰ ਚੰਗੀ ਤਰ੍ਹਾਂ ਮੈਂ ਬ੍ਰੌਨਫੈਨ ਬ੍ਰੈਨਰ ਦੀ ਥਿਊਰੀ ਕਰਾਈ ਹੋਈ ਆ ਲਾਈਵ ਸੈਸ਼ਨ ਜਿਹੜੇ ਡਾਊਟ ਸੈਸ਼ਨ ਹੈਗੇ ਆ ਉਹਨਾਂ ਦੇ ਵਿੱਚ ਵੀ ਕਾਫੀ ਵਾਰ ਮੈਂ ਰਿਪੀਟ ਕਰ ਚੁੱਕੀ ਆ ਬ੍ਰੌਨਫੈਨ ਬ੍ਰੈਨਰ ਦੀ ਬਾਇਓਈਕੋਲੋਜੀਕਲ ਥਿਊਰੀ ਜਿਹਦੇ ਵਿੱਚ ਤੁਸੀਂ ਬੇਟਾ ਜੀ ਮਾਈਕਰੋ ਸਿਸਟਮ ਕੀਤਾ ਸੀ ਇਮੀਡੀਏਟ ਇਨਵਾਇਰਨਮੈਂਟ ਉਸ ਤੋਂ ਬਾਅਦ ਬੇਟਾ ਜੀ ਤੁਸੀਂ ਜਿਹੜਾ ਸੀਗਾ ਉਹ ਮੈਕਰੋ ਕੀਤਾ ਸੀਗਾ ਹਨਾ ਸੌਰੀ ਮੈਕਰੋ ਨਹੀਂ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਮੀਜ਼ੋ ਕੀਤਾ ਸੀਗਾ ਹਨਾ ਜਿਹਦੇ ਚ ਵਿਚਕਾਰਲੇ ਸੰਬੰਧ ਆਉਂਦੇ ਨੇ ਜਿਵੇਂ ਤੁਹਾਡੇ ਤੇ ਤੁਹਾਡੇ ਮਾਤਾ ਪਿਤਾ ਦੇ ਤੁਹਾਡੇ ਟੀਚਰ ਦੇ ਸੰਬੰਧ ਠੀਕ ਹੈ ਜਿਵੇਂ ਮੇਰੇ ਰਿਲੇਸ਼ਨ ਤੁਹਾਡੀ ਫੈਮਿਲੀ ਦੇ ਨਾਲ ਹੋਣ ਬਟ ਉਹ ਤੁਹਾਡੇ ਕਰਕੇ ਬਣਿਆ ਉਹ ਮੀਜ਼ੋ ਆ ਠੀਕ ਹੈ ਫਿਰ ਬੇਟਾ ਜੀ ਐਕਸੋ ਆ ਸਾਡੇ ਪੇਰੈਂਟਸ ਜਾਂ ਸਾਡਾ ਕੋਈ ਵੀ ਏਰੀਆ ਜਿੱਥੇ ਜਿਹੜਾ ਸਾਡੇ ਸਿੱਧਾ ਸੰਬੰਧ ਦੇ ਵਿੱਚ ਨਹੀਂ ਹੈਗਾ ਬਟ ਉਹਦਾ ਪ੍ਰਭਾਵ ਪੈਂਦਾ ਮੈਕਰੋ ਪੂਰਾ ਜਿਹੜਾ ਸਾਡਾ ਕਲਚਰ ਹੈਗਾ ਸੁਸਾਇਟੀ ਹੈਗੀ ਉਹਦਾ ਪ੍ਰਭਾਵ ਪੈਂਦਾ ਤੇ ਕਰੋਨੋ ਇਹ ਸਾਰੇ ਜਿਹੜੀਆਂ ਲੇਅਰਸ ਨੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਲੈਬੋਰੇਟ ਕਰਕੇ ਥਿਊਰੀ ਕਰਵਾਈ ਹੋਈ ਆ ਤਾਂ ਉਹਦੇ ਅਕੋਰਡਿੰਗ ਦੇਖੋ ਕਿ ਪੇਰੈਂਟਸ ਦੀ ਵਰਕ ਪਲੇਸ ਕਿਹਦੇ ਚ ਆਉਂਦੀ ਸੀ ਮੈਂ ਕਿਹਦੇ ਚ ਕਰਵਾਈ ਸੀ ਬੇਟਾ ਜੀ ਐਕਸੋ ਸਿਸਟਮ ਠੀਕ ਹੈ ਐਕਸੋ ਸਿਸਟਮ ਉਹ ਸਿਸਟਮ ਆ ਜਿਹੜਾ ਸਾਡਾ ਜਿਹੜਾ ਨੋਰਮਸ ਲਰਨ ਕਰਨ ਦੇ ਵਿੱਚ ਜਾਂ ਸਾਡਾ ਜਦੋਂ এনवायरमेंट ਦੇ ਥਰੂ ਸਾਡੀ ਜਿਹੜੀ ਡਿਵੈਲਪਮੈਂਟ ਹੁੰਦੀ ਆ ਤਾਂ ਉਹਦੇ ਚ ਸਾਡੀ ਜਿਹੜੀ ਹੈਗੀ ਆ ਥਰਡ ਲੇਅਰ ਦੇ ਵਜੋਂ ਕੰਮ ਕਰਦਾ ਜਿਹਦੇ ਚ ਬੱਚਾ ਇਮੀਡੀਏਟ ਲਿੰਕ ਦੇ ਵਿੱਚ ਨਹੀਂ ਆਉਂਦਾ ਠੀਕ ਹੈ ਬਟ ਸਾਡੇ ਨਾਲ ਜੁੜੇ ਲੋਕਾਂ ਦਾ ਜਿਹੜਾ ਏਰੀਆ ਹੁੰਦਾ ਉਹ ਸਾਨੂੰ ਪ੍ਰਭਾਵਿਤ ਕਰਦਾ ਜਿਵੇਂ ਇੱਕ ਬੱਚਾ ਹੈਗਾ ਉਹ ਘਰ ਦੇ ਵਿੱਚ ਆ ਬਟ ਉਹਦੇ ਪੇਰੈਂਟਸ ਨੇ ਇਹ ਉਹਦੇ ਪੇਰੈਂਟਸ ਦੀ ਵਰਕ ਪਲੇਸ ਹੈਗੀ ਆ ਉਹਦੀ ਮਦਰ ਦੀ ਵਰਕ ਪਲੇਸ ਹੈਗੀ ਆ ਅਗਰ ਮਦਰ ਜਿਹੜੀ ਹੈਗੀ ਆ ਉਹਦੀ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਕਿਸੇ ਏਰੀਆ ਦੇ ਵਿੱਚ ਟ੍ਰਾਂਸਫਰ ਉਹਦੀ ਮੰਮੀ ਦੀ ਹੋਈ ਆ ਬਟ ਉਹ ਬੱਚੇ ਦੇ ਉੱਪਰ ਅਸਰ ਪਾ ਰਹੀ ਹੈ ਤੇ ਐਕਸੋ এনवायरमेंट ਆ ਸੇਮ ਹੀ ਅਗਰ ਜਿਹੜੇ ਪਾਪਾ ਹੈਗੇ ਕਿਤੇ ਜੌਬ ਕਰਦੇ ਆ ਉਹਨਾਂ ਨੂੰ ਜੌਬ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਕੁਝ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਤਾਂ ਬੱਚੇ ਦੇ ਉੱਪਰ ਅਸਰ ਪਾਉਂਦਾ ਤਾਂ ਇਹ ਐਕਸੋ এনवायरमेंट ਆ ਯਾਨੀ ਕਿ ਪੇਰੈਂਟਸ ਦੀ ਵਰਕਿੰਗ ਪਲੇਸ ਠੀਕ ਹੈ ਜੀ ਕਲੀਅਰ ਮੀਜ਼ੋ ਮਾਈਕਰੋ ਕਰੋਨੋ ਇਹ ਸਭ ਚੀਜ਼ਾਂ ਤੁਹਾਨੂੰ ਕਰਵਾਈਆਂ ਹੋਈਆਂ ਮੀਜ਼ੋ ਦਾ ਮਤਲਬ ਤੁਹਾਨੂੰ ਪਤਾ ਸਬੰਧ ਸੀਗਾ ਠੀਕ ਹੈ ਮਾਈਕਰੋ ਦੇ ਵਿੱਚ ਤੁਹਾਡੇ ਇਮੀਡੀਏਟ ਤਤਕਾਲੀ ਸਬੰਧ ਸੀਗੇ ਠੀਕ ਹੈ ਜਿਹਦੇ ਤਤਕਾਲੀ ਤੁਰੰਤ ਬੱਚਾ ਸਬੰਧ ਰਿਲੇਸ਼ਨ ਦੇ ਵਿੱਚ ਆਉਂਦਾ ਸਿੱਧਾ ਰਿਲੇਸ਼ਨ ਦੇ ਵਿੱਚ ਆਉਂਦਾ ਲਾਈਕ ਸਕੂਲ ਹੋ ਗਿਆ ਧਰਮ ਵਾਲੀ ਕੋਈ ਵੀ ਜਗ੍ਹਾ ਹੋਗੀ ਕੋਈ ਗੁਰਦੁਆਰਾ ਜਾਂ ਕੋਈ ਵੀ ਸਥਾਨ ਜਿੱਥੇ ਤੁਸੀਂ ਜਾਂਦੇ ਹੋ ਕੋਈ ਚਰਚ ਜਿੱਥੇ ਤੁਸੀਂ ਜਾਂਦੇ ਹੋ ਕੋਈ ਵੀ ਪਲੇਸ ਜਿਹੜੀ ਤੁਹਾਡੀ ਰਿਲੀਜੀਅਸ ਪਲੇਸ ਆ ਡਾਕਟਰ ਆ ਤੁਹਾਡੇ ਮਾਤਾ ਪਿਤਾ ਤੁਹਾਡਾ ਆਂਢ ਗੁਆਂਢ ਸਾਰੇ ਮਾਈਕਰੋ ਦੇ ਵਿੱਚ ਆਉਣੇ ਨੇ ਕਰੋਨੋ ਸਿਸਟਮ ਦੇ ਵਿੱਚ ਸਾਰੀਆਂ ਤਬਦੀਲੀਆਂ ਚੇਂਜਸ ਠੀਕ ਹੈ ਜਿਹੜੀਆਂ ਥਰੂ ਆਊਟ ਵਾਪਰ ਰਹੀਆਂ ਸਾਡੇ ਤੇ ਅਸਰ ਪਾਉਂਦੀਆਂ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ ਅੱਛੀ ਤਰ੍ਹਾਂ ਥਿਊਰੀ ਨੂੰ ਰਿਪੀਟ ਦੇਖ ਲਿਓ ਅਗਰ ਤੁਹਾਨੂੰ ਇਹ ਕਲੀਅਰ ਨਹੀਂ ਹੈਗੀ in which system of Bronfenbrenner's theory are links between the family and the school important ਅੱਛੀ ਤਰ੍ਹਾਂ ਮੈਂ ਕਰਵਾ ਚੁੱਕੀ ਹਾਂ ਬੇਟਾ ਜੀ ਆ ਇੱਕ ਬੱਚਾ ਠੀਕ ਹੈ ਆ ਉਹਦਾ ਜਿਹੜਾ ਸਕੂਲ ਹੈਗਾ ਯਾਨੀ ਕਿ ਸਕੂਲ ਦੇ ਟੀਚਰ ਹੋ ਗਏ ਜਾਂ ਕੋਈ ਵੀ ਲਾ ਲਓ ਰਿਲੇਸ਼ਨ ਐਡਮਿਨਿਸਟ੍ਰੇਸ਼ਨ ਹੋਗੀ ਆ ਪਰਿਵਾਰ ਹੋ ਗਿਆ ਠੀਕ ਹੈ ਅਗਰ ਬੇਟਾ ਇਹ ਬੱਚਾ ਨਾ ਹੁੰਦਾ ਤਾਂ ਕੀ ਇਹ ਦੋਨਾਂ ਦਾ ਰਿਲੇਸ਼ਨ ਬਣਦਾ ਨਹੀਂ ਠੀਕ ਹੈ ਹੁਣ ਇਸ ਬੱਚੇ ਦੇ ਕਰਕੇ ਸਕੂਲ ਜਿਹੜਾ ਹੈਗਾ ਉਹ ਮਾਪਿਆਂ ਨੂੰ ਜਾਣਦਾ ਮਾਪੇ ਸਕੂਲ ਦੇ ਟੀਚਰਾਂ ਨੂੰ ਜਾਣਦੇ ਆ ਤੇ ਇਹਨਾਂ ਦੋਨਾਂ ਦਾ ਜਿਹੜਾ ਰਿਲੇਸ਼ਨ ਹੈਗਾ ਮਾਪਿਆਂ ਦਾ ਇਹ ਕਿਹਦੇ ਸੰਬੰਧ ਦੇ ਵਿੱਚ ਆਉਂਦਾ ਬੇਟਾ ਜੀ ਮੀਜ਼ੋ ਦੇ ਵਿੱਚ ਠੀਕ ਹੈ ਜੀ ਨੈਕਸਟ ਬੇਟਾ ਜੀ ਕਹਿੰਦੇ ਐਪਸਟੀਨ ਪਲੇਸਡ ਇੰਪੋਰਟੈਂਸ ਔਨ ਵਿਚ ਆਫ ਦਾ ਫੋਲੋਇੰਗ ਠੀਕ ਹੈ ਐਪਸਟਨ ਨੇ 2001 ਦੇ ਵਿੱਚ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕੁਝ ਸਿਨੋਪਸਿਸ ਜਾਂ ਥੀਸਿਸ ਦਿੱਤਾ ਸੀ ਜਿਹਦਾ ਨਾਮ ਸੀ ਸਕੂਲ ਫੈਮਿਲੀ ਕਮਿਊਨਿਟੀ ਠੀਕ ਹੈ ਕੋਲੈਬੋਰੇਸ਼ਨ ਠੀਕ ਹੈ ਤਾਂ ਪਾਰਟਨਰਸ਼ਿਪ ਕਹਿ ਸਕਦੇ ਹੋ ਜਾਂ ਪਾਰਟਿਸਿਪੇਸ਼ਨ ਕਹਿ ਸਕਦੇ ਹੋ ਤਾਂ ਇਹਨੇ ਜਿਹੜਾ ਐਪਸਟੀਨ ਸੀਗਾ ਉਹਨੇ ਇਹਨਾਂ ਤਿੰਨਾਂ ਦੀ ਗੱਲ ਕੀਤੀ ਸੀ ਉਹਨੇ ਕਮਿਊਨਿਟੀ ਨੂੰ ਵੀ ਇੰਪੋਰਟੈਂਸ ਦੱਸਿਆ ਸਕੂਲ ਨੂੰ ਵੀ ਇੰਪੋਰਟੈਂਸ ਦੱਸਿਆ ਫੈਮਿਲੀ ਨੂੰ ਵੀ ਇੰਪੋਰਟੈਂਸ ਦਿੱਤੀ ਆ ਸਮਾਜੀਕਰਨ ਦੇ ਵਿੱਚ ਜਾਂ ਬੱਚੇ ਦੀ ਇੰਪੋਰਟੈਂਸ ਦੇ ਵਿੱਚ 7th क्वेश्चन बेटा जी ਸੈਕੰਡਰੀ ਸੋਸ਼ਲਾਈਜੇਸ਼ਨ ਟੁਕ ਪਲੇਸ ਸੈਕੰਡਰੀ ਸੋਸ਼ਲਾਈਜੇਸ਼ਨ ਕਿੱਥੇ ਵਾਪਰਦੀ ਹੈ ਪ੍ਰਾਇਮਰੀ ਮੈਂ ਤੁਹਾਨੂੰ ਕਿਹਾ ਸੀ ਘਰ ਦੇ ਵਿੱਚ ਵਾਪਰਦੀ ਹੈ ਠੀਕ ਹੈ ਸੈਕੰਡਰੀ ਕਿੱਥੇ ਵਾਪਰਦੀ ਹੈ ਘਰ ਤੋਂ ਬਾਹਰ ਕੋਈ ਵੀ ਜਗ੍ਹਾ ਹੋਵੇ ਬੇਸ਼ੱਕ ਤੁਹਾਡਾ ਆਂਢ ਗੁਆਂਢ ਆ ਬੇਸ਼ੱਕ ਤੁਹਾਡਾ ਸਕੂਲ ਆ ਬੇਸ਼ੱਕ ਤੁਹਾਡੇ ਪੀਅਰ ਗਰੁੱਪ ਨੇ ਸਾਥੀ ਨੇ ਸਕੂਲ ਦੇ ਵਿੱਚ ਜੋ ਤੁਹਾਨੂੰ ਮਿਲ ਰਿਹਾ ਤਾਂ ਘਰ ਤੋਂ ਬਾਹਰ ਦਾ ਸਾਰਾ ਹੀ ਵਾਤਾਵਰਨ ਭੈਣ ਭਰਾ ਮੰਮੀ ਡੈਡੀ ਦਾਦਾ ਦਾਦੀ ਇਹਨਾਂ ਨੂੰ ਛੱਡ ਕੇ ਜਿਹੜੇ ਬਾਕੀ ਸਾਰੇ ਹੈਗੇ ਨੇ ਉਹ ਸਾਰੇ ਤੁਹਾਡੇ ਕਿਹਦੇ ਚ ਆਉਣਗੇ ਜੀ ਸੈਕੰਡਰੀ ਦੇ ਵਿੱਚ ਆਉਣਗੇ ਤਾਂ ਦੇਖੋ ਫਿਰ ਸਾਡੇ ਕੋਲ ਆਨਸਰ ਕਿਹੜਾ ਬਣਿਆ ਫੈਮਿਲੀ ਕਰਕੇ ਫਰਸਟ ਆਪਸ਼ਨ ਕੱਟੀ ਗਈ ਸਿਬਲਿੰਗ ਐਂਡ ਫੈਮਿਲੀ ਇਹ ਵੀ ਕੱਟੀ ਗਈ ਕਿਉਂਕਿ ਦੋਨੋਂ ਹੀ ਪ੍ਰਾਇਮਰੀ ਨੇ ਨੇਬਰ ਐਂਡ ਪੀਅਰ ਗਰੁੱਪ ਠੀਕ ਹੈ ਨੇਬਰ ਮਤਲਬ ਕਿ ਸਾਡੇ ਗੁਆਂਢੀ ਤੇ ਪੀਅਰ ਗਰੁੱਪ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਹਮ ਉਮਰ ਸਾਥੀ ਹੋਣਗੇ ਇਹ ਦੋਨੋਂ ਹੀ ਕੀ ਨੇ ਜੀ ਸਾਡੇ ਲਈ ਸੈਕੰਡਰੀ ਸੋਸ਼ਲਾਈਜੇਸ਼ਨ ਪ੍ਰਾਇਮਰੀ ਕੌਣ ਸੀ ਬੇਟਾ ਜੀ ਸਾਡੇ ਘਰ ਦੇ ਸਾਡਾ ਘਰ ਸਾਡੇ ਘਰ ਦੇ ਮਾਪੇ ਠੀਕ ਹੈ ਭੈਣ ਭਰਾ 8th क्वेश्चन बेटा जी लुकिंग ग्लास सेल्फ थ्योरी मैं अच्छी तरह ਤੁਹਾਨੂੰ ਸਵੈ ਦਰਪਣ ਦੱਸਦਾ ਕਰਵਾ ਚੁੱਕੀ ਹਾਂ ਕਿਹਨੇ ਦਿੱਤਾ ਸੀ ਬੇਟਾ ਜੀ ਕੂਲੇ ਨੇ ਠੀਕ ਹੈ ਕੀ ਸੀਗਾ
कि असी ਜਿਹੜੇ ਹੈਗੀਆਂ ਅਸੀਂ ਇਹ ਹੈਗੀਆਂ मैं, ठीक है, मैं अपने आप ਨੂੰ ਆ ਹੈਗਾ पूरा समाज ਦੀਆਂ ਨਿਗਾਹ ਦੇ ਨਾਲ खुद ਨੂੰ देख के खुद ਨੂੰ समाज ਦੇ अक्ष ਦੇ ਵਿੱਚ ਰੱਖ के देखदी ਆ ਤੇ ਆਪਣੀ ਡਿਵੈਲਪਮੈਂਟ ਕਰਦੀ ਆ। तो ਕੀ ਹੈ ਜੀ लुकिंग ग्लास सेल्फ थ्योरी, ठीक है जी, यानी कि अपने आप ਨੂੰ दर्पण च देखना, बट वो दर्पण की हैगा समाज, ਤਾਂ ਸਮਾਜ ਦੀਆਂ ਅੱਖਾਂ ਦੇ ਨਾਲ ਖੁਦ ਨੂੰ ਦੇਖਣਾ, ਕਲਪਨਾ ਕਰਨਾ ਤੇ ਫਿਰ ਵਿਕਾਸ ਕਰਨਾ। ਇਹ ਅੱਛੀ ਤਰ੍ਹਾਂ ਇਹ ਵੀ ਤੁਹਾਡੀ ਕਲਾਸ ਦੇ ਵਿੱਚ ਹੋ ਚੁੱਕੀ ਹੈ, ਠੀਕ ਹੈ। ਜੀਐਚ ਮੀਡ ਦੀ ਥਿਊਰੀ ਦਾ ਨਾਮ ਕੀ ਸੀ ਬੇਟਾ ਜੀ? ਆਈ ਐਂਡ ਮੀ, ਠੀਕ ਹੈ, ਮੈਂ ਤੇ ਮੈਨੂੰ। ਇਹ ਵੀ ਤੁਹਾਡੀ ਕਰਵਾਈ ਜਾ ਚੁੱਕੀ ਹੈ ਕਲਾਸ ਦੇ ਵਿੱਚ। ਬ੍ਰੌਨਫੈਨ ਬ੍ਰੈਨਰ ਦੀ ਥਿਊਰੀ ਅੱਛੀ ਤਰ੍ਹਾਂ ਤੁਸੀਂ ਕਰ ਚੁੱਕੇ ਹੋ। ਬਾਇਓ ਇਕੋਲੋਜੀਕਲ ਥਿਊਰੀ ਆ, ਠੀਕ ਹੈ, ਅੱਛੀ ਤਰ੍ਹਾਂ 5 ਲੇਅਰ, ਠੀਕ ਹੈ। ਇਹ ਸਾਰੀਆਂ ਥਿਊਰੀ ਬੇਟਾ ਆ ਸਕਦੀਆਂ ਕਿਤੋਂ ਵੀ, ਕਿਸੇ ਤਰ੍ਹਾਂ ਦਾ ਵੀ ਪੇਪਰ ਪੁੱਛਿਆ ਜਾ ਸਕਦਾ। ਤਾਂ ਜਦੋਂ ਟੌਪਿਕ ਆ ਤੁਹਾਡੇ ਕੋਲ ਸੋਸ਼ਲਾਈਜੇਸ਼ਨ ਤਾਂ ਫਿਰ ਕੋਈ ਵੀ ਥਿਊਰੀ ਆ ਸਕਦੀ ਹੈ। ਸੋ ਠੀਕ ਹੈ, ਆਪਾਂ ਸਾਰੀਆਂ ਥਿਊਰੀਜ਼ ਆਲਰੇਡੀ ਕਵਰ ਕੀਤੀਆਂ ਹੋਈਆਂ। ਬਾਇਓ ਇਕੋਲੋਜੀਕਲ ਥਿਊਰੀ ਬ੍ਰੌਨਫੈਨ ਬ੍ਰੈਨਰ ਦੀ ਐਂਡ ਅਰਿਕਸਨ ਦੀ ਜਿਹੜੀ ਹੈਗੀ ਆ ਬੇਟਾ ਜੀ ਸਾਈਕੋ ਸੋਸ਼ਲ ਥਿਊਰੀ। ਇਹ ਵੀ ਤੁਹਾਨੂੰ ਅੱਛੀ ਤਰ੍ਹਾਂ 8 ਜਿਹੜੀਆਂ ਸਟੇजेस ਆ, 8 ਜਿਹੜੇ ਇਹਦੀਆਂ ਵਰਸਿਸ ਕਰਕੇ ਸਾਰੀਆਂ ਸਟੇजेस ਸੀਗੀਆਂ, ਹੈ ਨਾ, द्वंद सीगे, संकट सीगे, मैं तुहानू करवाए आ। तो वो भी सारिया थ्योरीज बेटा इंपॉर्टेंट ने जिन्हां दे विचों क्वेश्चन पूछे जा सकते हैं, ठीक है। तां ही मैं तुहानू दसदी हां अरिकसन दी हैगी साइको सोशल थ्योरी। 9th क्वेश्चन बेटा जी अपने कोल है फादर ऑफ एजुकेशनल सोशियोलॉजी, ठीक है, सोशियोलॉजी एजुकेशन सोशियोलॉजी का पितामह कौन है? तो एजुकेशन सोशियोलॉजी का पितामह हैगा बेटा जी अमाइल दरखीम। अगस्ट कॉम्टे हैगा बेटा जी सोशियोलॉजी का। समाज शास्त्र का पितामह कौन है? अगस्ट कॉम्टे। अगर एजुकेशनल की गल कर यानी कि सिक्ख्या समाज शास्त्र तो फिर अमाइल दरखीम, ठीक है। कूले ने बेटा जी केड़ी थ्योरी दी? आप ऊपर भी गल कर चुकी हैं, लुकिंग ग्लास सेल्फ, ठीक है, लुकिंग ग्लास सेल्फ थ्योरी। ते विल्हम वुंड की थ्योरी का नाम की हैगा बेटा जी? विल्हम वुंड बेटा जी फादर ने किहदे जी? साइकोलॉजी दे, ठीक है, साइकोलॉजी दे। तुसीं मैनूं कमेंट बॉक्स दे विच इह दसो कि हु इज द फादर ऑफ चाइल्ड साइकोलॉजी, ठीक है। चाइल्ड साइकोलॉजी का पितामह कौन है? क्योंकि विलियम वुंड केड़े ने जी? साइकोलॉजी के पितामह। नेक्स्ट क्वेश्चन बेटा जी 10th, विच टाइप ऑफ पेरेंटिंग would be characterized as encouraging independence but providing clear boundaries and limits for behavior, ठीक है। ਜਿਹੜੀਆਂ ਕੁਝ ਕਲੀਅਰ ਬਾਉਂਡਰੀਜ਼ ਹੁੰਦੀਆਂ ਨੇ, ਕੁਝ ਲਿਮਿਟਸ ਹੁੰਦੀਆਂ ਨੇ, ਉਹ ਕਿਹੜੇ ਬਿਹੇਵੀਅਰ ਦੇ ਵਿੱਚ ਹੁੰਦੀਆਂ ਨੇ, ਮਤਲਬ ਕਿਸ ਤਰ੍ਹਾਂ ਦੇ ਜਿਹੜਾ ਹੈਗਾ ਪੇਰੈਂਟਿੰਗ ਦੇ ਵਿੱਚ ਦੇਖੀਆਂ ਜਾਂਦੀਆਂ ਨੇ, ਠੀਕ ਹੈ ਜੀ। ਤਾਂ ਦੇਖੋ ਬੇਟਾ ਜਿਹੜੇ ਮਾਪੇ ਹੈਗੇ ਨੇ, ਮੈਂ ਤੁਹਾਨੂੰ ਅੱਛੀ ਤਰ੍ਹਾਂ ਲਾਈਵ ਸੈਸ਼ਨ ਦੇ ਵਿੱਚ ਵੀ ਮੈਂ 2-3 ਵਾਰ ਮੈਂ ਰਿਪੀਟ ਕਰ ਚੁੱਕੀ ਹਾਂ ਕਿ ਅਥੋਰੀਟੇਟਿਵ ਪੇਰੈਂਟਿੰਗ ਉਹ ਪੇਰੈਂਟਿੰਗ ਆ ਜਿੱਥੇ ਮਾਪੇ ਜਿਹੜੇ ਹੈਗੇ ਆ ਕੋਆਪਰੇਟਿਵ ਹੁੰਦੇ ਆ ਬਹੁਤ ਜ਼ਿਆਦਾ, ਬੱਚਿਆਂ ਦੇ ਇੰਟਰਸਟ ਦੇ ਅਕੋਰਡਿੰਗ ਫੈਸਲੇ ਲਏ ਜਾਂਦੇ ਆ, ਬੱਚਿਆਂ ਨੂੰ ਧਿਆਨ ਦੇ ਵਿੱਚ ਫੈਸਲੇ ਲਏ ਜਾਂਦੇ ਆ, ਬੱਚੇ ਆਪਣੇ ਫੈਸਲੇ ਲੈਣ ਦੇ ਲਈ ਸੁਤੰਤਰ ਹੁੰਦੇ ਆ, ਬਟ ਪੇਰੈਂਟਸ ਨੇ ਬੱਚਿਆਂ ਦੇ ਲਈ ਕੁਝ ਲਿਮਿਟੇਸ਼ਨ, ਕੁਝ ਗਾਈਡੇਸ਼ਨ ਜਿਹੜੀਆਂ ਹੁੰਦੀਆਂ ਉਹ ਰੱਖੀਆਂ ਹੁੰਦੀਆਂ ਜੋ ਬੱਚਿਆਂ ਨੂੰ ਫੋਲੋ ਕਰਨੀਆਂ ਪੈਂਦੀਆਂ, ਠੀਕ ਹੈ ਜੀ। ਇਹ ਸਭ ਤੋਂ ਵਧੀਆ ਪੇਰੈਂਟਿੰਗ ਹੁੰਦੀ ਆ। ਅਥੋਰੀਟੇਰੀਅਨ ਹੁੰਦੀ ਆ ਬੇਟਾ ਜੀ ਬਹੁਤ ਹੀ ਜ਼ਿਆਦਾ ਸਖਤ, ਜਿਹਨੂੰ ਅਸੀਂ ਆਟੋਕ੍ਰੈਟਿਕ ਕਹਿ ਸਕਦੇ ਹਾਂ। ਜਿਹੜੀ ਇਹ ਵਾਲੀ ਹੈਗੀ ਆ ਇਹ ਡੈਮੋਕ੍ਰੈਟਿਕ ਪੇਰੈਂਟਿੰਗ ਹੁੰਦੀ ਹੈ ਜਿੱਥੇ ਬੱਚੇ ਸੁਤੰਤਰ ਹੋਣ, ਠੀਕ ਹੈ। ਜਿਹੜੀ ਇਹ ਵਾਲੀ ਹੈਗੀ ਆਟੋਕ੍ਰੈਟਿਕ ਆ ਜਾਨੀ ਕਿ ਜਿੱਥੇ ਮਾਪੇ ਹੀ ਸੈਂਟਰ ਦੇ ਵਿੱਚ ਆ, ਬੱਚੇ ਕੋਈ ਵੀ ਫੈਸਲਾ ਆਪਣੀ ਸੁਤੰਤਰਤਾ ਦੇ ਨਾਲ ਨਹੀਂ ਲੈ ਸਕਦੇ, ਮਾਪੇ ਬਹੁਤ ਸਖਤ ਹੁੰਦੇ ਆ। ਪਰਮਿਸਿਵ ਹੁੰਦੇ ਆ ਜਿੱਥੇ ਬਹੁਤ ਹੀ ਜ਼ਿਆਦਾ ਸੁਤੰਤਰਤਾ, ਬਹੁਤ ਹੀ ਜ਼ਿਆਦਾ, ठीक है, कोई लिमिटेशन नहीं हैगियां, तो वो हुंदी आ परमिसिव। इस करके बच्चों ने बहुत ज्यादा सुतंत्रता भी माड़ी है, बहुत ज्यादा सख्त रखना भी माड़ा। इसे करके जिहड़ा साडे कोल अथॉरिटेटिव पेरेंटिंग हैगी वो बेस्ट मन्नी जाती है, क्योंकि इहदे च बच्चे सुतंत्र ने, अपने फैसले खुद लै सकते हैं, बट कुछ लिमिटेशन उन्होंने फॉलो करनियां पैंदियां। नेक्स्ट क्वेश्चन बेटा जी, सीमा 4-year girl got scolded by her parents when she refused to eat her vegetable, ठीक है। कहते एक लड़की है 4 साल की, मापिया ने उन्होंने डांटिया जो वो सब्जी खाण तो इनकार करती है। फिर मेक बिलीव खेड, मेक बिलीव की हुंदी है बेटा? जिवें कुड़ियां ਜਿਹੜੀਆਂ ਹੈਗੀਆਂ ਆਪਣੀ ਗੁੱਡੀ ਦੇ ਨਾਲ ਖੇਡਦੀਆਂ ਦੇਖੀਆਂ ਹੋਣੀਆਂ ਤੁਸੀਂ, ਡਾਲ ਦੇ ਨਾਲ ਖੇਡਦੀਆਂ ਤੇ ਉਸੇ ਤਰ੍ਹਾਂ ਦਾ ਬਿਹੇਵੀਅਰ ਕਰਦੀਆਂ ਜਿਵੇਂ ਮਾਪੇ ਜਾਂ ਉਹਦੀ ਮੰਮੀ ਉਸ ਕੁੜੀ ਦੇ ਨਾਲ ਕਰ ਰਹੀ ਹੁੰਦੀ ਹੈ, ਜੋ ਉਹਦੇ ਘਰ ਦੇ ਉਸ ਕੁੜੀ ਦੇ ਨਾਲ ਕਰ ਰਹੀ ਹੁੰਦੀ ਹੈ। ਜਾਂ ਤੁਸੀਂ ਦੇਖਿਆ ਹੋਣਾ ਸਕੂਲ ਬੱਚੇ ਪੜ੍ਹਨ ਜਾਂਦੇ ਨੇ ਤੇ ਘਰ ਆ ਕੇ ਫਿਰ ਟੀਚਰ ਦਾ ਰੋਲ ਪਲੇ ਕਰਦੇ ਨੇ, ਕਿਤਾਬਾਂ ਕੱਢੋ, ਪੈਨ ਕੱਢੋ, ਲਿਖੋ, ਹਨਾ। ਮੈਂ ਉਸੇ ਤਰ੍ਹਾਂ ਦਾ ਬਿਹੇਵੀਅਰ ਜਿਹੜਾ ਹੈਗਾ ਰਿਪਰੈਜ਼ੈਂਟ ਕਰਦੇ ਆ, ਕਰੇ ਉਹ ਮੇਕ ਬਿਲੀਵ ਆ, ਠੀਕ ਹੈ। ਕਹਿੰਦੇ ਘਰਦਿਆਂ ਨੇ ਉਹਨੂੰ ਡਾਂਟਿਆ ਤੇ ਲੜਕੀ ਨੇ ਫਿਰ ਜਿਹੜਾ ਖੇਡ ਦੇ ਦੌਰਾਨ ਉਸੇ ਤਰ੍ਹਾਂ ਦਾ ਬਿਹੇਵੀਅਰ ਸ਼ੋ ਕੀਤਾ, ਮਤਲਬ ਕੁੜੀ ਨੇ ਵੀ ਡਾਂਟਿਆ ਹੋਊਗਾ ਕਿਸੇ ਨੂੰ ਨਾ, ਉਸ ਤਰ੍ਹਾਂ ਦਾ ਉਹਨੇ ਬਿਹੇਵੀਅਰ ਦਿਖਾਇਆ, ਠੀਕ ਹੈ। ਕਹਿੰਦੇ ਇਹ ਕਿਸ ਤਰ੍ਹਾਂ ਦੀ ਸੋਸ਼ਲਾਈਜੇਸ਼ਨ ਆ, ਤਾਂ ਇਹ ਬਿਹੇਵੀਅਰ ਰਿਪੀਟ ਕਰਦਾ ਬੇਟਾ ਜੀ ਪ੍ਰਾਇਮਰੀ ਸੋਸ਼ਲਾਈਜੇਸ਼ਨ ਨੂੰ, ਕਿਉਂਕਿ
ਉਹਨੇ ਜਿਹੜਾ ਇਹ ਬਿਹੇਵੀਅਰ ਸਿੱਖਿਆ ਇਹ ਕਿਹਦੇ ਤੋਂ ਸਿੱਖਿਆ ਜੀ, ਆਪਦੇ ਪੇਰੈਂਟਸ ਤੋਂ। ਤੇ ਪੇਰੈਂਟਸ ਕਿਹਦੇ ਚਾਹੁੰਦੇ ਸੀ ਬੇਟਾ ਜੀ, ਪ੍ਰਾਇਮਰੀ ਸੋਸ਼ਲਾਈਜੇਸ਼ਨ ਦੇ ਵਿੱਚ। ਜੇ ਮੈਂ ਜਿੱਥੇ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ ਉਹ ਟੀਚਰ ਦਾ ਰੋਲ ਪਲੇ ਕਰਦਾ, ਟੀਚਰ ਵਰਗਾ ਬਿਹੇਵੀਅਰ ਕਰਦਾ, ਫਿਰ ਉਹ ਕਿਹੜੀ ਸੋਸ਼ਲਾਈਜੇਸ਼ਨ ਸੀ ਜੀ, ਸੈਕੰਡਰੀ ਸੋਸ਼ਲਾਈਜੇਸ਼ਨ। ਕਲੀਅਰ ਬੇਟਾ ਜੀ। ਨੈਕਸਟ ਹੈਗਾ ਬੇਟਾ ਜੀ, ਵਿਚ ਹਿਊਮਨ ਰਿਲੇਸ਼ਨ ਕਮਸ ਅੰਡਰ ਟਰਚਰੀ ਰਿਲੇਸ਼ਨ। ਇਹ ਤੁਹਾਨੂੰ ਬਹੁਤ ਬੇਸਿਕ ਆ। ਪ੍ਰਾਇਮਰੀ ਰਿਲੇਸ਼ਨ ਹੁੰਦੇ ਆ ਸਾਡੇ ਸਿੱਧੇ ਰਿਲੇਸ਼ਨ ਮਾਤਾ ਪਿਤਾ, ਹਨਾ। ਸੈਕੰਡਰੀ ਰਿਲੇਸ਼ਨਸ ਹੁੰਦੇ ਆ ਸਾਡੇ ਚਾਚੇ ਤਾਏ, ਬਾਕੀ ਜਿਹੜੇ ਸਾਡੇ ਕਲੋਜ਼ਲੀ ਰਿਲੇਸ਼ਨਸ ਹੁੰਦੇ ਨੇ। ਤੇ ਟਰਚਰੀ ਹੈਗੇ ਆ ਜਿਨ੍ਹਾਂ ਨਾਲ ਸਾਡਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੈਗਾ, ਲਾਈਕ ਫਰੈਂਡ ਹੋ ਗਏ, ਉਹ ਤੁਸੀਂ ਬਾਹਰੋਂ ਬਣਾਉਂਦੇ ਹੋ, ਤਾਂ ਤੁਹਾਡੇ ਕੀ ਨੇ ਜੀ, ਟਰਚਰੀ ਰਿਲੇਸ਼ਨਸ਼ਿਪ ਦੇ ਵਿੱਚ ਆਉਣਗੇ। 13 ਸਕੂਲ ਕੈਨ ਬੀ ਸੋਸ਼ਲ ਏਜੰਟ। ਠੀਕ ਹੈ, ਕਹਿੰਦੇ ਸਕੂਲ ਸੋਸ਼ਲ ਏਜੰਟ ਹੋ ਸਕਦਾ ਕਦੋਂ, ਕਹਿੰਦੇ ਜਦੋਂ ਉਹ ਥਿਓਰੈਟੀਕਲ ਨੌਲੇਜ ਦਊਗਾ। ਨਹੀਂ, ਥਿਓਰੈਟੀਕਲ ਨੌਲੇਜ ਦੇਣਾ ਉਹਦਾ ਵੈਸੇ ਹੀ ਕੰਮ ਆ, ਸਕੂਲ ਉਹ ਦਿੰਦਾ। ਠੀਕ ਹੈ, ਸੋਸ਼ਲ ਏਜੰਟ ਦੇ ਤੌਰ ਤੇ ਮੇਜਰ ਕੰਮ ਨਹੀਂ ਹੋਊਗਾ। ਰਾਈਟਸ ਦੱਸਣੇ, ਡਿਊਟੀਜ਼ ਦੱਸਣੇ। ਠੀਕ ਹੈ, ਦੇਖਦੇ ਆ ਅਸੀਂ ਅੱਗੇ ਵੀ। ਇੰਪਾਰਟ ਨੌਲੇਜ ਅਬਾਊਟ ਟ੍ਰੈਡੀਸ਼ਨ ਐਂਡ, ਠੀਕ ਹੈ, ਟ੍ਰੈਡੀਸ਼ਨਸ ਤੇ ਵੈਲਿਊਜ਼ ਦੇ ਬਾਰੇ ਚ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ, ਤਾਂ ਡੈਫੀਨੇਟਲੀ ਉਦੋਂ ਸਕੂਲ ਇੱਕ ਸੋਸ਼ਲ ਏਜੰਟ ਦੇ ਤੌਰ ਤੇ ਕੰਮ ਕਰ ਰਿਹਾ। ਸੁਸਾਇਟੀ ਜਿਹੜੀ ਚ ਤੁਸੀਂ ਰਹਿੰਦੇ ਹੋ ਉਹਦੇ ਕਿਸ ਤਰ੍ਹਾਂ ਦੇ ਨਿਯਮਾਂ ਇਹ ਦੱਸ ਰਿਹਾ ਹੈਗਾ। ਠੀਕ ਹੈ, ਤੇ ਇਸ ਕਰਕੇ ਤੁਹਾਡੇ ਲਈ ਇਹ ਆਥੈਂਟਿਕ ਆਪਸ਼ਨ ਹੋਊਗੀ ਬੇਟਾ। ਹੁਣ ਤੁਹਾਨੂੰ ਰਾਈਟ ਐਂਡ ਡਿਊਟੀ ਵੀ ਕਾਫੀ ਬੱਚਿਆਂ ਨੂੰ ਸਹੀ ਲੱਗਦਾ ਹੋਊਗਾ, ਬਟ ਕਿਉਂਕਿ ਰਾਈਟ ਐਂਡ ਡਿਊਟੀ ਦਾ ਘੇਰਾ ਬਹੁਤ ਛੋਟਾ, ਨੋ ਡਾਊਟ ਇਹ ਵੀ ਸਾਡੇ ਸਮਾਜ ਦਾ ਹਿੱਸਾ ਨੇ। ਰਾਈਟ ਸਾਡੀਆਂ ਡਿਊਟੀਜ਼ ਇਹ ਵੀ ਸਾਨੂੰ ਕਾਫੀ ਹੱਦ ਤੱਕ ਸਮਾਜ ਦੱਸਦਾ, ਬਟ ਟ੍ਰੈਡੀਸ਼ਨ ਨੋਰਮਸ ਇਹਨਾਂ ਦੇ ਵਿੱਚ ਵੀ ਰਾਈਟਸ ਡਿਊਟੀ ਆਪਣੇ ਆਪ ਇਨਕਲੂਡ ਹੋ ਜਾਂਦੇ ਆ। ਠੀਕ ਹੈ ਜੀ। ਤੇ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਤੁਹਾਡੇ ਕੋਲ ਆਪਸ਼ਨ ਇੱਕੋ ਜਿਹਾ ਹੁਣ ਕਨਫਿਊਜ਼ਨ ਹੋਵੇ ਤਾਂ ਉੱਥੇ ਉਹ ਆਪਸ਼ਨ ਚੱਕੀ ਦੀ ਹੁੰਦੀ ਹੈ ਜਿਸ 'ਚ ਜ਼ਿਆਦਾ ਏਰੀਆ ਜਿਹੜਾ ਕਵਰ ਹੁੰਦਾ ਹੋਵੇ, ਜ਼ਿਆਦਾ ਇਨਫੋਰਮੇਸ਼ਨ ਕਵਰ ਹੁੰਦੀ ਹੋਵੇ। 14 ਕੁਐਸਚਨ, ਗੈਦਰਿੰਗ ਐਂਡ ਇੰਟਰਪ੍ਰੀਟੇਸ਼ਨ ਆਫ ਇਨਫੋਰਮੇਸ਼ਨ ਅਬਾਊਟ ਸੋਸ਼ਲ ਵਰਲਡ। ਸਮਾਜ, ਜਿਹੜਾ ਸਮਾਜ ਹੈਗਾ ਉਹਦੇ ਸਮਾਜਿਕ ਜੋ ਸੰਸਾਰ ਆ ਉਹਦੇ ਬਾਰੇ ਚ ਇਨਫੋਰਮੇਸ਼ਨ ਇੰਟਰਪ੍ਰੇਟ ਕਰਨੀ, ਇਕੱਠੀ ਕਰਨੀ, ਉਹਨੂੰ ਵਿਆਖਿਆ ਕਰਨਾ। ਠੀਕ ਹੈ, ਇਹ ਕਿਹਦੇ ਸ਼ਾਮਲ ਹੈ, ਤਾਂ ਬਹੁਤ ਹੀ ਬੇਸਿਕ ਆ। ਦੇਖੋ ਬੇਟਾ, ਇੰਟਰਪ੍ਰੀਟੇਸ਼ਨ ਕਰਨਾ ਮਤਲਬ ਤੁਸੀਂ ਆਪਣੇ ਥਾਟ ਲਾ ਰਹੇ ਹੋ, ਕੋਈ ਲੌਜਿਕਸ ਲਾ ਰਹੇ ਹੋ, ਹਨਾ, ਗੈਦਰ ਕਰ ਰਹੇ ਹੋ, ਆਪਣਾ ਦਿਮਾਗ ਲਾ ਰਹੇ ਹੋ। ਤੇ ਕੀ ਚੀਜ਼ ਸੀਗੀ ਬੇਟਾ ਜੀ, ਕੋਗਨੈਸ਼ਨ। ਮੈਂ ਤੁਹਾਨੂੰ ਕਿੰਨੇ ਵਾਰ ਦੱਸਿਆ, ਕੋਗਨੈਸ਼ਨ ਬਾਰ-ਬਾਰ ਮੈਂ ਰਿਪੀਟ ਕਰਦੀ ਆ। ਥਿੰਕਿੰਗ, ਮੈਮੋਰਾਈਜ਼, ਇੰਟਰਪ੍ਰੀਟੇਸ਼ਨ, ਐਨਾਲਿਸਿਸ, ਜੋ ਵੀ ਤੁਸੀਂ ਲਾਉਂਦੇ ਹੋ, ਜਿੱਥੇ ਵੀ ਤੁਸੀਂ ਆਪਣਾ ਦਿਮਾਗ ਲਾ ਰਹੇ ਹੋ ਤਾਂ ਉੱਥੇ ਕੋਗਨੈਸ਼ਨ ਆ। ਤੇ ਸਮਾਜ ਦੇ ਬਾਰੇ ਚ ਲਾ ਰਹੇ ਆ ਤੇ ਇਹਦਾ ਮਤਲਬ ਕੀ ਆ, ਸੋਸ਼ਲ ਕੋਗਨੈਸ਼ਨ। ਠੀਕ ਹੈ, ਬਾਕੀ ਚੀਜ਼ਾਂ ਜਿਹੜੀਆਂ ਇੱਥੇ ਹੈਗੀਆਂ ਮੈਂ ਤੁਹਾਨੂੰ ਥੋੜੀਆਂ ਕਲੀਅਰ ਕਰਵਾ ਦਿੰਨੀ ਆ। ਆਪਣੇ ਕੋਲ ਇੱਥੇ ਟਰਮ ਹੈਗੀ ਹੈ ਇੱਕ ਪ੍ਰੋ ਸੋਸ਼ਲ ਬਿਹੇਵੀਅਰ। ਪ੍ਰੋ ਸੋਸ਼ਲ ਬਿਹੇਵੀਅਰ ਕਿਹੜਾ ਹੁੰਦਾ ਬੇਟਾ ਜੀ, ਜਿਵੇਂ ਤੁਸੀਂ ਜਿਹੜੀ ਸੁਸਾਇਟੀ ਹੈਗੀ ਆ, ਜਿਹੜੇ ਬਾਕੀ ਪੀਪਲ ਹੈਗੇ ਨੇ, ਉਹਨਾਂ ਨੂੰ ਹੋਲ ਦੇ ਤੌਰ ਤੇ ਰੱਖੋ, ਹਨਾ, ਹੋਲ ਦੇ ਤੌਰ ਤੇ ਰੱਖੋ, ਸਭ ਨੂੰ ਇੱਕੋ ਜਿਹਾ ਬਰਾਬਰ ਸਮਝੋ, ਆਪਣੇ ਘਰਦਿਆਂ ਵਾਂਗੂ ਹੀ ਬਾਕੀ ਸੁਸਾਇਟੀ ਨੂੰ ਸਮਝੋ, ਸਭ ਨੂੰ ਇੱਕੋ ਜਿਹਾ ਬਿਹੇਵੀਅਰ ਕਰੋ। ਲਾਈਕ ਆਪਾਂ ਕਹੀਏ ਸਭ ਦੀ ਹੈਲਪ ਕਰੋ, ਸਭ ਦੇ ਨਾਲ ਚੀਜ਼ਾਂ ਦੀ ਸ਼ੇਅਰਿੰਗ ਕਰੋ, ਡੋਨੇਸ਼ਨ ਕਰੋ, ਹਨਾ। ਤੇ ਇਹ ਕੀ ਹੈਗਾ, ਸਾਡਾ ਇੱਕ ਤਰ੍ਹਾਂ ਦਾ ਬਿਹੇਵੀਅਰ ਸੁਸਾਇਟੀ ਨੂੰ ਹੋਲ ਲੈ ਕੇ। ਠੀਕ ਹੈ, ਤਾਂ ਕੀ ਆ, ਪ੍ਰੋ ਸੋਸ਼ਲ ਬਿਹੇਵੀਅਰ ਨਾਲ ਹੀ, ਜਾਂ ਆਪਾਂ ਕਹੀਏ ਕਿਸੇ ਵੀ ਦੂਜੇ ਨੂੰ ਬੈਨੀਫਿਟ ਦੇਣਾ, ਦੂਜਿਆਂ ਨੂੰ ਬੈਨੀਫਿਟ ਦੇਣ ਵਾਲਾ ਬਿਹੇਵੀਅਰ। ਠੀਕ ਹੈ ਜੀ। ਦੈਨ ਬੇਟਾ ਜੀ ਨੈਕਸਟ ਹੈਗਾ ਆਪਣੇ ਕੋਲ ਸੋਸ਼ਲ ਫੈਸਿਲਿਟੇਸ਼ਨ। ਤਾਂ ਸੋਸ਼ਲ ਫੈਸਿਲਿਟੇਸ਼ਨ ਇੱਕ ਫਿਨੋਮਨਾ ਜਿਹਦੇ ਵਿੱਚ ਬੇਟਾ ਜੀ ਅਸੀਂ ਇਹ ਕਹੀਏ ਕਿ ਕੋਈ ਵੀ ਪਰਸਨ ਜਿਹੜਾ ਹੈਗਾ, ਇੱਕ ਆ ਲੋਨ ਪਰਸਨ ਆ, ਠੀਕ ਹੈ, ਇੱਕ ਅਸੀਂ ਆ, ਦੂਜੇ ਸਾਰੇ ਬੰਦੇ ਨੇ। ਠੀਕ ਹੈ, ਇੱਥੇ ਮੈਂ ਵੀ ਸ਼ਾਮਲ ਆ, ਇੱਥੇ ਮੈਂ ਕੱਲੀ ਆ, ਇੱਥੇ ਮੈਂ ਸ਼ਾਮਲ ਆ, ਇੱਥੇ ਇੱਕ ਤੁਸੀਂ ਹੋ, ਇੱਕ ਹੋਰ ਕੋਈ ਪਰਸਨ ਨੇ, ਤੇ ਹਨਾ, ਤੇ ਮੈਂ ਇੱਥੇ ਜਿਹੜੀ ਕੱਲੀ ਪਰਫਾਰਮੈਂਸ ਦੇ ਰਹੀ ਹਾਂ ਉਹ ਤਾਂ ਦੇ ਰਹੀ ਹਾਂ। ਠੀਕ ਹੈ, ਉੱਥੇ ਮੇਰੀ ਜਿਹੜੀ ਹੈਗੀ ਆ ਪਰਫਾਰਮੈਂਸ ਉਹ ਐਵਰੇਜ ਹੋਵੇ। ਬਟ ਜਦੋਂ ਮੈਂ ਇੱਕ ਗਰੁੱਪ ਦੇ ਵਿੱਚ ਪਰਫਾਰਮੈਂਸ ਦੇਵਾਂ, ਕੋਈ ਵੀ ਟਾਸਕ ਕਰਾਂ ਤਾਂ ਉਹ ਬਹੁਤ ਵਧੀਆ ਹੋਵੇ, ਤਾਂ ਉਹ ਕੀ ਹੁੰਦਾ ਬੇਟਾ ਜੀ, ਸੋਸ਼ਲ ਫੈਸਿਲਿਟੇਸ਼ਨ। ਜਾਨੀ ਆਪਾਂ ਇਹ ਕਹੀਏ ਕਿ ਉਹ ਸੋਸ਼ਲ ਫਿਨੋਮਨਾ ਜਿਹਦੇ ਚ ਅਸੀਂ ਦੂਜਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ ਵੀ ਟਾਸਕ ਹੈਗਾ ਉਹ ਜ਼ਿਆਦਾ ਬੈਟਰ ਮਤਲਬ ਪਰਫਾਰਮ ਕਰਦੇ ਆ। ਠੀਕ ਹੈ, ਤਾਂ ਗਰੁੱਪ ਦੇ ਵਿੱਚ ਜਾਂ ਆਪਾਂ ਕਹੀਏ ਜਦੋਂ ਦੂਜਿਆਂ ਦੇ ਨਾਲ ਮਿਲ ਕੇ, ਠੀਕ ਹੈ, ਕੱਲੇ ਕਰਨ ਦੀ ਬਜਾਏ, ਇੱਥੇ ਧਿਆਨ ਦੇ ਵਿੱਚ ਰੱਖਣਾ, ਕੱਲੇ ਕਰਨ ਦੀ ਬਜਾਏ, ਕੱਲੇ ਤੁਸੀਂ ਠੀਕ ਕਰ ਰਹੇ ਹੋ ਬਟ ਦੂਜਿਆਂ ਦੇ ਰੈਫਰੈਂਸ ਦੇ ਵਿੱਚ ਤੁਸੀਂ ਗਰੁੱਪ ਦੇ ਵਿੱਚ ਉਸ ਟਾਸਕ ਨੂੰ ਜ਼ਿਆਦਾ ਬੈਟਰ ਪਰਫਾਰਮ ਕਰਦੇ ਆ, ਤਾਂ ਦੈਟ ਇਜ਼ ਅ ਸੋਸ਼ਲ ਫੈਸਿਲਿਟੇਸ਼ਨ। ਇਹਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਲਿਖ ਲਿਓ। ਠੀਕ ਹੈ, ਦੈਨ ਬੇਟਾ ਜੀ ਇੰਪ੍ਰੈਸ਼ਨ ਫਾਰਮੇਸ਼ਨ ਕੀ ਹੁੰਦੀ ਆ, ਇਹ ਇੱਕ ਆਪਾਂ ਕਹਿ ਸਕਦੇ ਹਾਂ ਸੋਸ਼ਲ ਸਾਈਕੋਲੋਜੀਕਲ ਟਰਮ ਆ, ਜਿਹਦੇ ਵਿੱਚ ਆਪਾਂ ਕਿਸੇ ਵੀ ਪਹਿਲੀ ਵਾਰ ਤੁਸੀਂ ਕਿਸੇ ਪਰਸਨ ਨੂੰ ਮਿਲੇ ਹੋ, ਠੀਕ ਹੈ, ਆ ਫਰਸਟ ਟਾਈਮ ਤੁਸੀਂ ਕਿਸੇ ਪਰਸਨ ਨੂੰ ਮਿਲੇ, ਤੇ ਉਸ ਪਰਸਨ ਨੂੰ ਦੇਖ ਕੇ ਕਿਸੇ ਵੀ, ਇਹ ਸਟ੍ਰੇਂਜਰ ਆ ਤੁਹਾਡੇ ਲਈ, ਬਿਲਕੁਲ ਅਜਨਬੀ ਆ। ਠੀਕ ਹੈ, ਅਜਨਬੀ ਨੂੰ ਮਿਲੇ ਆ ਤੇ ਉਹਨੂੰ ਦੇਖ ਕੇ ਬੇਟਾ ਜੀ ਜੋ ਤੁਸੀਂ ਪਰਸੈਪਸ਼ਨ ਬਣਾਉਂਦੇ ਹੋ, ਜਿਸ ਤਰ੍ਹਾਂ ਦਾ ਤੁਸੀਂ ਉਹਨੂੰ ਦੇਖ ਕੇ ਪ੍ਰਤੱਖੀਕਰਨ ਕਰਦੇ ਹੋ। ਠੀਕ ਹੈ, ਕਿਤੇ ਵੀ ਤੁਸੀਂ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ, ਤੁਸੀਂ ਕਿਸੇ ਇੱਕ ਬੰਦੇ ਨੂੰ ਵੇਖਿਆ ਤੇ ਉਹਨੂੰ ਦੇਖ ਕੇ ਤੁਸੀਂ
जिस तरह का भी ਉਹਦੇ ਬਾਰੇ ਤੇ ਅੰਦਾਜ਼ਾ ਲਾਇਆ ਕਿ ਇਸ ਤਰ੍ਹਾਂ ਦਾ ਹੋਊਗਾ, ਇਹ ਇਸ ਤਰ੍ਹਾਂ ਦਾ ਹੋਊਗਾ, ਹਨਾ, ਤਾਂ ਉਹ ਕੀ ਹੋਊਗੀ ਬੇਟਾ ਜੀ, ਇੰਪ੍ਰੈਸ਼ਨ ਫਾਰਮੇਸ਼ਨ। ਮਤਲਬ ਕਿਸੇ ਨੂੰ ਦੇਖ ਕੇ ਉਹ ਕਿਸ ਤਰ੍ਹਾਂ ਦਾ ਹੈਗਾ, ਉਹਦੇ ਬਾਰੇ ਉਹਦੀ ਸ਼ਖਸੀਅਤ ਨੂੰ ਫਾਰਮੇਟ ਕਰਨਾ। ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ ਫਰਸਟ ਇੰਪ੍ਰੈਸ਼ਨ, ਤਾਂ ਉਹ ਕੀ ਹੈਗਾ, ਇੰਪ੍ਰੈਸ਼ਨ ਫਾਰਮੇਸ਼ਨ। ਤਾਂ ਇਹਦੇ ਵਿੱਚ ਦੋ ਚੀਜ਼ਾਂ ਇਨਕਲੂਡ ਹੋ ਜਾਂਦੀਆਂ ਹੁੰਦੀਆਂ। ਇੱਕ ਤਾਂ ਹੈਗਾ ਬੇਟਾ ਜੀ ਪ੍ਰਾਈਮੇਸੀ ਇਫੈਕਟ, ਉਹੀ ਜੋ ਮੈਂ ਤੁਹਾਨੂੰ ਦੱਸਿਆ ਫਰਸਟ ਇੰਪ੍ਰੈਸ਼ਨ, ਜਿਹੜਾ ਤੁਸੀਂ ਸਭ ਤੋਂ ਪਹਿਲਾਂ ਹੀ, ਹਨਾ, ਸਭ ਤੋਂ ਪਹਿਲਾਂ ਹੀ ਅਸੀਂ ਦੇਖੀਏ ਫਰਸਟ ਇੰਪ੍ਰੈਸ਼ਨ ਆ ਜਿਹੜਾ ਸਿੰਪਲ, ਪਹਿਲੀ ਵਾਰ ਤੁਸੀਂ ਕਿਸੇ ਨੂੰ ਦੇਖਿਆ ਤੇ ਪਹਿਲੀ ਵਾਰ ਹੀ ਦੇਖ ਕੇ, ਹਨਾ, ਜਿਹੜੀ ਤੁਸੀਂ ਉਹਨੂੰ ਦੇਖਿਆ ਕਿ ਕਿਸ ਤਰ੍ਹਾਂ ਦਾ ਹੋਊਗਾ, ਤੇ ਜਿਹੜੀ ਤੁਹਾਡਾ ਪਹਿਲਾ ਥਾਟ ਹੈਗਾ ਉਹਦੀ ਪੂਰੀ ਪਰਸਨੈਲਿਟੀ ਦੇ ਉੱਪਰ ਹੈਵੀ ਹੁੰਦਾ, ਹਨਾ, ਤੁਸੀਂ ਜੋ ਉਹਦੇ ਬਾਰੇ ਚ ਪਹਿਲੀ ਵਾਰ ਸੋਚਿਆ ਤੇ ਉਹਦਾ ਹੀ ਪੂਰਾ ਅੰਦਾਜ਼ਾ ਲਾ ਲਿਆ, ਤਾਂ ਪ੍ਰਾਈਮੇਸੀ ਯਾਨੀ ਕਿ ਪ੍ਰਾਇਮਰੀ ਇਫੈਕਟ ਹੋ ਗਿਆ। ਠੀਕ ਹੈ ਜੀ, यानी कि वो ज्यादा हैवी होगा। फर्स्ट इंप्रेशन इज लास्ट इंप्रेशन है ना, बस ये ਉਹੀ ਆ ਕਿ फर्स्ट इंप्रेशन ही सब तो इंपॉर्टेंट ਹੁੰਦਾ, ਉਹਦੇ ਆਧਾਰ ਉੱਪਰ ਹੀ ਤੁਸੀਂ ਸਾਰੀ ਚੀਜ਼ ਦਾ ਅੰਦਾਜ਼ਾ ਲਾਉਂਦੇ ਹੋ, ਸਾਰੀ ਸ਼ਖਸੀਅਤ ਦਾ ਅੰਦਾਜ਼ਾ ਲਾਉਂਦੇ ਹੋ। ਤਾਂ ਕੀ ਹੈਗਾ, ਪ੍ਰਾਈਮੇਸੀ ਇਫੈਕਟ। ਇੱਕ ਹੁੰਦਾ ਇਹਦੇ ਚ ਬੇਟਾ ਜੀ ਹਾਲੋ ਇਫੈਕਟ। ਹਾਲੋ ਇਫੈਕਟ ਇੱਕ ਕੋਗਨੀਸ਼ਨ ਬਾਇਸ ਹੋ ਸਕਦਾ। ਕੋਗਨੀਸ਼ਨ ਬਾਇਸ ਪਤਾ ਨਾ, ਮਤਲਬ ਕੋਗਨੀਸ਼ਨ ਬੁੱਧੀ ਦੇ ਨਾਲ, ਬਾਇਸ ਮਤਲਬ ਪੱਖਪਾਤ, ਦਿਮਾਗੀ ਤੌਰ ਤੇ ਕਿਸੇ ਨਾਲ ਪੱਖਪਾਤ ਕਰਨਾ। ਕਿਸ ਤਰ੍ਹਾਂ ਦਾ, ਜਿਵੇਂ ਆਪਾਂ ਕਹੀਏ ਕਿਸੇ ਇੱਕ ਐਟਰੀਬਿਊਟ ਮਤਲਬ ਕਿ ਕੋਈ ਇੱਕ ਗੁਣ ਜਾਂ ਕੋਈ ਵੀ ਇੱਕ ਲੱਛਣ ਆ ਕਿਸੇ ਦਾ, ਤੇ ਉਹਦੇ ਆਧਾਰ ਦੇ ਉੱਪਰ ਹੀ ਤੁਸੀਂ ਉਹਦੀ ਪੂਰੀ ਸ਼ਖਸੀਅਤ ਦਾ ਅੰਦਾਜ਼ਾ ਲਾ ਦੋ, ਕਿਸੇ ਇੱਕ ਐਟਰੀਬਿਊਟ ਦੇ ਆਧਾਰ ਦੇ ਉੱਪਰ। ਠੀਕ ਹੈ, ਜਦੋਂ ਤੁਸੀਂ ਉਹਦੀ ਪੂਰੀ ਸ਼ਖਸੀਅਤ ਨੂੰ ਉਸੇ ਤਰੀਕੇ ਦੇ ਨਾਲ ਰਿਲੇਟ ਕਰਕੇ ਦੇਖਦੇ ਹੋ ਸਿਰਫ ਇੱਕ ਗੁਣ ਦੇ ਆਧਾਰ ਦੇ ਉੱਪਰ ਹੀ, ਤਾਂ ਕੀ ਆ, ਹਾਲੋ ਇਫੈਕਟ। ਠੀਕ ਹੈ ਬੇਟਾ ਜੀ, ਇਹ ਸ਼ਾਇਦ ਇਸ ਤਰ੍ਹਾਂ ਦਾ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਇਆ ਵੀ ਹੋਇਆ ਪਹਿਲਾਂ, ਉਹ ਜਦੋਂ ਕਿਤੇ ਆਪਾਂ ਲਾਸਟ ਕਰਾਂਗੇ ਪੇਪਰ ਹਨ ਡਿਸਕਸ, ਉਹ ਤੁਹਾਨੂੰ ਕਲੀਅਰ ਹੋ ਜਾਊਗਾ। ਠੀਕ ਹੈ, ਤਾਂ ਇੱਕ ਐਟਰੀਬਿਊਟ ਦੇ ਆਧਾਰ ਦੇ ਉੱਪਰ। ਠੀਕ ਹੈ, ਜੇ ਆਪਾਂ ਕਹੀਏ ਸਿੰਪਲ ਮੈਂ ਐਗਜ਼ਾਮਪਲ ਦੇਣੀ ਹੋਵੇ ਤੇ ਬੱਚਾ ਮੈਥ ਦੇ ਵਿੱਚ ਨਲਾਇਕ ਆ, ਠੀਕ ਨਹੀਂ ਹੈਗਾ, ਤੁਸੀਂ ਮੈਥ ਦੇ ਆਧਾਰ ਉੱਪਰ ਹੀ ਇਹ ਕਹਿ ਦੋ ਕਿ ਭਾਈ ਉਹ ਤਾਂ ਪੰਜਾਬੀ ਚੋਂ ਵੀ ਨਲਾਇਕ ਆ, ਸਾਇੰਸ ਚੋਂ ਵੀ ਨਲਾਇਕ ਆ, ਹਨਾ, ਇਹ ਕੀ ਹੈਗਾ, ਇੱਕ ਕੋਗਨੀਸ਼ਨ ਬਾਇਸ ਤੇ ਹੀ ਕੀ ਹੈਗਾ, ਹਾਲੋ ਇਫੈਕਟ। क्लियर हो गया? चलो जी एक मिनट वेट, नेक्स्ट क्वेश्चन पे जाने। What action should be taken by Radha to overcome from their introvert behavior? Introvert ਤੇ extrovert ਤੁਸੀਂ ਕਰ ਚੁੱਕੇ ਹੋ, ਪਰਸਨੈਲਿਟੀ ਵਾਲਾ ਟੌਪਿਕ ਮੇਰੇ ਨਾਲ। ਠੀਕ ਹੈ, ਤਾਂ ਪਰਸਨੈਲਿਟੀ ਟੌਪਿਕ ਦੇ ਵਿੱਚ ਬੇਟਾ ਤੁਸੀਂ ਕਾਰਲ ਜੰਗ ਨੂੰ ਪੜਿਆ ਸੀ। ਕਾਰਲ ਜੰਗ ਨੇ 3 ਤਰ੍ਹਾਂ ਦੀ ਪਰਸਨੈਲਿਟੀ ਦੱਸੀ ਸੀ, ਇੰਟਰੋਵਰਟ, ਐਂਬੀਵਰਟ ਐਂਡ ਐਕਸਟਰੋਵਰਟ। ਠੀਕ ਹੈ, ਇਹ ਪੇਪਰ ਦੇ ਵਿੱਚ ਕੁਐਸਚਨ ਆ ਚੁੱਕਿਆ ਤੁਹਾਨੂੰ। ਇੰਟਰੋਵਰਟ ਕਿਹੜਾ ਹੁੰਦਾ, ਅੰਤਰਮੁਖੀ ਜਿਹੜਾ ਬੱਚਾ ਕਿਸੇ ਨਾਲ ਬਹੁਤਾ ਖੁੱਲਦਾ ਨਾ ਹੋਵੇ, ਚੁੱਪਚਾਪ ਰਹਿੰਦਾ ਹੋਵੇ, ਉਹਨੂੰ ਸਮਾਜਿਕ ਹੋਣਾ ਚੰਗਾ ਨਾ ਲੱਗਦਾ ਹੋਵੇ, ਆਪਣੇ ਆਪ ਤੱਕ ਸੀਮਿਤ ਰਹਿੰਦਾ ਹੋਵੇ, ਆਪਣੇ ਨਾਲ ਹੀ ਸਮਾਂ ਬਤੀਤ ਕਰਦਾ ਹੋਵੇ, ਤਾਂ ਇਹ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਗਲਤ ਪਰਸਨੈਲਿਟੀ। ਗਲਤ ਨਹੀਂ ਆ, ਕਿਸੇ ਬੱਚੇ ਦੀ ਇਸ ਤਰ੍ਹਾਂ ਦੀ ਸ਼ਖਸੀਅਤ ਕਈ ਵਾਰ ਡੈਮੇਜ ਵੀ ਕਰ ਸਕਦੀ ਹੁੰਦੀ ਹੈ ਨਾ, ਤੇ ਇਸ ਕਰਕੇ ਬੱਚਾ ਜਿਹੜਾ ਹੈਗਾ ਉਹ ਉਹੀ ਵਧੀਆ ਹੋਊਗਾ ਜਿਹੜਾ ਐਂਬੀਵਰਟ ਹੋਵੇ, ਨਾ ਬਹੁਤ ਜ਼ਿਆਦਾ ਓਪਨ ਕਿ ਇੱਕੋ ਦਮ ਹੀ ਤੁਸੀਂ ਖੁੱਲ ਗਏ, ਨਾ ਹੀ ਬਹੁਤ ਜ਼ਿਆਦਾ ਸੀਮਤ, ਹਨਾ। ਤਾਂ ਕਹਿੰਦੇ ਇੰਟਰੋਵਰਟ ਬਿਹੇਵੀਅਰ ਆ, ਤੁਸੀਂ ਉਹਨੂੰ ਓਵਰਕਮ ਕਰਨਾ। ਰਾਧਾ ਨੇ ਓਵਰਕਮ ਕਰਨਾ, ਤਾਂ ਕਿਸ ਤਰ੍ਹਾਂ ਦਾ ਬਿਹੇਵੀਅਰ ਸ਼ੋ ਕਰਾਂਗੇ ਬੇਟਾ ਜੀ, ਤਾਂ ਸ਼ੀ doesn't have to ask question in the class। ਕਹਿੰਦੇ ਉਹਨੂੰ ਕਲਾਸ ਦੇ ਵਿੱਚ ਕੁਐਸਚਨ ਨਹੀਂ ਪੁੱਛਣੇ ਚਾਹੀਦੇ, ਫਿਰ ਤਾਂ ਉਹ ਇੰਟਰੋਵਰਟ ਹੀ ਰਹੂਗੀ ਅਗਰ ਕੁਐਸਚਨ ਨਹੀਂ ਪੁੱਛੂਗੀ। ਠੀਕ ਹੈ, she should have to spend their time only with her, ਇਹ ਤਾਂ already ਕਰ ਰਹੀ ਹੈ ਕਿਉਂਕਿ ਉਹ ਇੰਟਰੋਵਰਟ ਆਪਣੇ ਨਾਲ ਹੀ ਟਾਈਮ ਸਪੈਂਡ ਕਰ ਰਹੀ ਹੈ। she would have to engage various social activity। ਜਿੰਨੀਆਂ ਸਕੂਲ ਦੇ ਵਿੱਚ ਐਕਟੀਵਿਟੀਜ਼ ਹੋ ਰਹੀਆਂ ਨੇ, ਗਰੁੱਪ ਐਕਟੀਵਿਟੀ ਆ, ਕੋਈ ਵੀ ਹੋਰ ਤਰ੍ਹਾਂ ਦੀ ਐਕਟੀਵਿਟੀਜ਼ ਨੇ, ਉਹ ਸਾਰੀਆਂ ਦੇ ਵਿੱਚ ਭਾਗ ਲਵੇ। ਅਗਰ ਉਹ ਭਾਗ ਲਊਗੀ ਤਾਂ ਉਹ ਖੁਦ ਹੀ ਵੱਧ ਤੋਂ ਵੱਧ ਲੋਕਾਂ ਨੂੰ ਮਿਲੂਗੀ, ਵੱਧ ਤੋਂ ਵੱਧ ਟਾਸਕ ਕਰੂਗੀ, ਜਿਹਦੇ ਨਾਲ ਉਹ ਖੁਦ ਬ ਖੁਦ ਕੀ ਹੋ ਜੂਗੀ ਬੇਟਾ ਜੀ, ਜਿਹੜਾ ਹੈਗਾ ਇੰਪਰੂਵਮੈਂਟ ਹੋ ਜੂਗੀ ਉਹਦੀ, ਇੰਟਰੋਵਰਟ ਤੋਂ ਨਹੀਂ ਰਹੂਗੀ। ਠੀਕ ਹੈ, नेक्स्ट बेटा जी, व्हाट इज रिगार्डेड एज द फर्स्ट स्टेज ऑफ सोशलाइजेशन इन स्कूल। ਤਾਂ ਸੋਸ਼ਲਾਈਜੇਸ਼ਨ ਸਕੂਲ ਦੇ ਹਿਸਾਬ ਨਾਲ, ਸਕੂਲ ਦੇ ਵਿੱਚ ਬੱਚਾ ਕਦੋਂ ਜਾਂਦਾ ਮੇਨ ਸਟ੍ਰੀਮ ਸਕੂਲ ਦੇ ਵਿੱਚ, ਜਦੋਂ 6 ਸਾਲ ਦਾ ਹੋ ਜਾਂਦਾ ਮੇਨ ਸਟ੍ਰੀਮ ਸਕੂਲ ਦੇ ਵਿੱਚ, ਕਿਉਂਕਿ ਇਸ ਤੋਂ ਪਹਿਲਾਂ 3 ਤੋਂ 6 ਸਾਲ ਤੱਕ ਕੀ ਹੁੰਦੀ ਹੈ ਬੇਟਾ ਜੀ, ਪ੍ਰੀ ਸਕੂਲ। ਠੀਕ ਹੈ, ਤਾਂ ਇਹ ਬੇਟਾ ਜੀ ਫਿਰ ਕਿਹਦੇ ਚ ਆ ਗਿਆ, ਚਾਈਲਡਹੁੱਡ ਦੇ ਵਿੱਚ ਆ ਗਿਆ, 6 ਸਾਲ ਦਾ, ਹਨਾ। ਤਾਂ ਕਹਿੰਦੇ ਰਿਗਾਰਡਡ ਐਜ਼ ਦਾ ਫਰਸਟ ਸਟੇਜ ਆਫ ਸੋਸ਼ਲਾਈਜੇਸ਼ਨ, ਤਾਂ ਫਰਸਟ ਸਟੇਜ ਸੋਸ਼ਲਾਈਜੇਸ਼ਨ ਦੀ ਸਕੂਲ ਦੇ ਹਿਸਾਬ ਨਾਲ ਕਿਹੜੀ ਹੋਗੀ ਜੀ, ਚਾਈਲਡਹੁੱਡ। ਕਿਉਂਕਿ ਇਨਫੈਂਸੀ ਦੇ ਵਿੱਚ ਬੱਚਾ ਸਕੂਲ ਨਹੀਂ ਜਾਂਦਾ ਗਾ, ਚਾਈਲਡਹੁੱਡ ਜਾਨੀ ਕਿ ਲੇਟਰ ਚਾਈਲਡਹੁੱਡ ਦੇ ਵਿੱਚ ਜਾਣ ਲੱਗਦਾ। ਅਗਰ ਅਸੀਂ ਪ੍ਰੀ ਸਕੂਲ ਨੂੰ ਸਕੂਲ ਦੇ ਵਿੱਚ ਕੰਸੀਡਰ ਕਰਦੇ ਹਾਂ ਤੇ ਤਾਂ ਵੀ ਜਿਹੜਾ ਹੈਗਾ ਉਹ ਅਰਲੀ ਚਾਈਲਡਹੁੱਡ ਦੇ ਵਿੱਚ ਜਾਣ ਲੱਗਦਾ। ਬਟ ਬੇਸਿਕਲੀ ਜਿਹੜੇ ਕੁਐਸਚਨ ਹੈਗੇ ਆ ਤੁਹਾਨੂੰ ਲੇਟਰ ਚਾਈਲਡਹੁੱਡ ਦੇ ਹਿਸਾਬ ਨਾਲ ਹੀ ਪੁੱਛੇ ਜਾਂਦੇ ਆ। ਅਗਰ ਇੱਥੇ ਆਪਸ਼ਨ ਹੁੰਦੀ ਤੁਸੀਂ ਕਹਿਣਾ ਸੀ ਲੇਟਰ ਚਾਈਲਡਹੁੱਡ, ਕਿਉਂਕਿ ਮੇਨ ਸਟ੍ਰੀਮ ਸਕੂਲ ਜਿਹੜਾ ਹੈਗਾ ਉਹ ਲੇਟਰ ਚਾਈਲਡਹੁੱਡ ਤੋਂ ਹੀ ਕੰਸੀਡਰ ਕੀਤਾ ਜਾਂਦਾ। ਤੇ ਉਹਦੀ ਸੋਸ਼ਲਾਈਜੇਸ਼ਨ ਸਕੂਲ ਦੇ ਬੱਚਿਆਂ ਦੇ ਨਾਲ ਵਿਚਰਨਾ ਕਦੋਂ ਤੋਂ ਸ਼ੁਰੂ ਕਰਦਾ, ਚਾਈਲਡਹੁੱਡ ਪੀਰੀਅਡ ਦੇ ਵਿੱਚ।
Which of the following things is normally learned during the socialization process? ਕਿਹੜੀਆਂ ਚੀਜ਼ਾਂ ਕਹਿੰਦੇ socialization ਸਮਾਜੀਕਰਨ ਪ੍ਰਕਿਰਿਆ ਦੇ ਦੌਰਾਨ ਬੱਚਾ ਸਿੱਖਦਾ? The roles we are to play in life. ਕਿਹੜੇ play ਅਸੀਂ ਰੋਲ play ਜ਼ਿੰਦਗੀ ਦੇ ਵਿੱਚ ਕਰਨੇ ਨੇ? ਮਾਂ ਦਾ, ਭੈਣ ਭਰਾ ਦਾ, ਹਨਾ, ਦਾਦਾ ਦਾਦੀ ਵੀ ਬਣਨਾ, ਸਭ ਕੁਝ ਬਣਨਾ ਹੈ। ਰੋਲ ਪਲੇ ਜਿਹੜੇ ਹੈਗੇ ਨੇ ਬੱਚਾ ਸਮਾਜ ਤੋਂ ਸਿੱਖਦਾ, ਇਹ ਵੀ ਸਮਾਜੀਕਰਨ ਆ। ਸਮਾਜ ਸੱਭਿਆਚਾਰ ਦੇ ਕੁਝ ਨਿਯਮ ਨੇ ਉਹ ਸਿੱਖਦਾ। ਲੈਂਗੁਏਜ ਆਫ ਦਾ ਪੀਪਲ, ਜਿਹੜੇ ਆਸੇ-ਪਾਸੇ ਲੋਕ ਨੇ ਉਹਨਾਂ ਦੀ ਭਾਸ਼ਾ ਸਿੱਖਦਾ। ਭਾਸ਼ਾ ਦੇ ਆਧਾਰ ਉੱਪਰ ਹੀ ਮੇਨਲੀ ਜਿਹੜੀ ਸਮਾਜੀਕਰਨ ਹੁੰਦੀ ਹੈ, ਮੁੱਖ ਟੂਲ ਮੰਨਿਆ ਜਾਂਦਾ ਸਮਾਜੀਕਰਨ ਦਾ। ਤਾਂ ਆਨਸਰ ਸਾਡੇ ਕੋਲ ਆ ਗਿਆ ਜੀ ਆਲ ਆਫ ਅਬਵ। Which of the following conflict did Erikson believe arises during the preschool stage of development? अच्छी तरह मैं एरिक्सन की थ्योरी ਤੁਹਾਨੂੰ ਕਰਾ ਚੁੱਕੀ ਹਾਂ, ਇੱਕ ਸਪੈਸੀਫਿਕ ਤੁਹਾਡੀ ਕਲਾਸ ਹੋਈ ਸੀ, ਅਗਰ ਨਹੀਂ ਕੀਤੀ ਤਾਂ ਉਹਨੂੰ ਜ਼ਰੂਰ ਕਰੋ ਬੇਟਾ, ਇੰਪੋਰਟੈਂਟ ਆ, ਕਾਫੀ ਵਾਰ ਕੁਐਸਚਨ ਇਹ ਚੋਂ ਪੁੱਛੇ ਜਾਂਦੇ ਆ। ਕਹਿੰਦੇ ਐਰਿਕਸਨ ਮੰਨਦਾ ਕਿ ਵਿਕਾਸ ਦੇ ਪ੍ਰੀ ਸਕੂਲ ਪੜਾਅ ਦੇ ਦੌਰਾਨ ਕਿਹੜੇ ਟਕਰਾਅ ਹੁੰਦੇ ਆ? ਪ੍ਰੀ ਸਕੂਲ ਦੀ ਏਜ ਕਿੰਨੀ ਆ ਬੇਟਾ? ਮੈਂ ਦੱਸਿਆ 3 to 6 ਈਅਰ। ਤਾਂ ਦੇਖੋ 3 ਸਾਲ ਦਾ ਟਾਈਮ ਪੀਰੀਅਡ ਐਰਿਕਸਨ ਦੀ ਥਿਊਰੀ ਦੇ ਵਿੱਚ ਕਿਹੜੀ ਸਟੇਜ ਦੇ ਵਿੱਚ ਸੀਗਾ ਬੇਟਾ ਜੀ? ਥਰਡ ਸਟੇਜ ਦੇ ਵਿੱਚ। ਠੀਕ ਹੈ, ਥਰਡ ਸਟੇਜ ਦੇ ਵਿੱਚ ਕਿਹੜਾ ਕਨਫਲਿਕਟ ਸੀਗਾ ਫਿਰ ਉਹਦੇ ਕੋਲ ਬੇਟਾ ਜੀ? ਯਾਦ ਕਰੋ, ਥਰਡ ਦੇ ਵਿੱਚ ਕਿਹੜਾ ਸੀਗਾ ਬੇਟਾ ਜੀ? ਇਨੀਸ਼ੀਏਟਿਵ ਵਰਸਸ ਗਿਲਟ। ਠੀਕ ਹੈ, ਇਨੀਸ਼ੀਏਟਿਵ ਵਰਸਸ ਗਿਲਟ। 3 ਸਾਲ ਦਾ ਬੱਚਾ ਪਹਿਲ ਕਦਮੀ ਕਰਨ ਲੱਗ ਜਾਂਦਾ, ਅਗਰ ਤੁਸੀਂ ਉਹਨੂੰ ਰੋਕਦੇ ਹੋ ਤਾਂ ਫਿਰ ਉਹਦੇ ਚ ਗੁਨਾਹ ਦੀ ਭਾਵਨਾ ਆ ਜਾਂਦੀ ਹੈ। ਠੀਕ ਹੈ, ਕਲੀਅਰ? ਤੇ ਇਹਦਾ ਟਾਈਮ ਪੀਰੀਅਡ ਕਿੰਨਾ ਸੀ ਜੀ? 3 to 6 ਈਅਰਸ ਤੱਕ ਦਾ। ਠੀਕ ਹੈ, ਤੇ 3 to 6 ਈਅਰ ਸਾਡਾ ਜਾਨੀ ਕਿ ਪ੍ਰੀ ਸਕੂਲ ਦਾ ਪੀਰੀਅਡ। ਠੀਕ ਹੈ, ਅਟੋਨਮੀ ਐਂਡ ਸ਼ੇਮ ਐਂਡ ਡਾਊਟ ਦਾ ਪੀਰੀਅਡ ਕਿਹੜਾ ਸੀ ਬੇਟਾ ਜੀ? ਸਾਡੇ ਕੋਲ ਜਿਹੜਾ ਪਹਿਲਾ ਸੀ 1.5 ਤੋਂ 1.5 ਸਾਲ ਤੋਂ ਲੈ ਕੇ 3 ਸਾਲ ਤੱਕ ਦਾ ਪੀਰੀਅਡ। ਇੰਟੀਮੇਸੀ ਐਂਡ ਆਈਸੋਲੇਸ਼ਨ ਵਾਲਾ ਪੀਰੀਅਡ ਕਿਹੜਾ ਸੀ? ਜਦੋਂ ਬੱਚਾ ਅਡਲਟ ਹੋ ਜਾਂਦਾ 20 ਸਾਲ ਤੋਂ ਬਾਅਦ, 20 ਸਾਲ ਤੋਂ ਲੈ ਕੇ 45 ਸਾਲ ਤੱਕ ਦਾ ਪੀਰੀਅਡ ਉਮਰ ਦਾ। ਠੀਕ ਹੈ, ਇੰਡਸਟਰੀ ਵਰਸਸ ਇਨਫੀਰੀਅਰਿਟੀ ਕਿਹੜਾ ਹੈਗਾ ਬੇਟਾ ਜੀ? ਲੇਟਰ ਚਾਈਲਡਹੁੱਡ ਦਾ ਪੀਰੀਅਡ, ਜਦੋਂ ਬੱਚਾ 6 ਸਾਲ ਦਾ ਸਕੂਲ ਜਾਣ ਲੱਗ ਜਾਂਦਾ ਹੈਗਾ, ਚੌਥੀ ਸਟੇਜ ਹੈ ਇਹ। ਠੀਕ ਹੈ, 6 ਸਾਲ ਤੋਂ ਲੈ ਕੇ 12 ਸਾਲ ਤੱਕ ਦਾ ਜਿਹੜਾ ਪੀਰੀਅਡ ਹੈਗਾ ਉਹ ਕਿਹੜਾ ਆਊਗਾ ਬੇਟਾ ਜੀ? ਇੰਡਸਟਰੀ ਵਰਸਸ ਇਨਫੀਰੀਅਰਿਟੀ। ਜਦੋਂ ਬੱਚਾ ਲੇਟਰ ਚਾਈਲਡਹੁੱਡ ਪੀਰੀਅਡ ਆਊਗਾ ਜਾਂ ਫਿਰ ਮੇਨ ਸਟ੍ਰੀਮ ਸਕੂਲ ਦੇ ਵਿੱਚ ਉਹ ਸਕੂਲ ਜਾਣ ਲੱਗੂਗਾ 6 ਸਾਲ ਤੋਂ, ਮੇਨ ਸਟ੍ਰੀਮ ਸਕੂਲ ਅਕਾਦਮਿਕ ਪੱਖ ਤੋਂ, ਫਿਰ ਉਹ ਕਿਹੜਾ ਹੈ? ਇੰਡਸਟਰੀ ਵਰਸਸ ਇਨਫੀਰੀਅਰਿਟੀ। ਠੀਕ ਹੈ ਜੀ। 19th question, at what time of life does Erikson stage industry and inferiority occur? मैं ऑलरेडी दस चुकी हाँ, ਸਕੂਲ ਏਜ ਤੁਹਾਡੀ 6 ਸਾਲ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਆ। ਠੀਕ ਹੈ, 6 ਸਾਲ ਤੋਂ ਬੱਚਾ ਸਕੂਲ ਜਾਣ ਲੱਗਦਾ ਤਾਂ ਇਹ ਹੈਗਾ ਬੇਟਾ ਜੀ ਸਕੂਲ ਏਜ। ਤਾਂ ਇੰਡਸਟਰੀ ਜਾਨੀ ਕਿ 6 ਸਾਲ ਤੋਂ ਜਦੋਂ ਬੱਚਾ ਮੇਨ ਸਟ੍ਰੀਮ ਸਕੂਲ ਦੇ ਵਿੱਚ ਜਾਣ ਲੱਗਦਾ, ਨਵੀਆਂ ਚੀਜ਼ਾਂ ਸਿੱਖਦਾ, ਹਨਾ, ਪ੍ਰੋਪਰ ਜਿਹੜਾ ਹੈਗਾ ਇੰਟਰੈਕਸ਼ਨ ਕਰਨਾ ਸਿੱਖਦਾ, ਗੈਂਗ ਦਾ ਹਿੱਸਾ ਬਣਦਾ, ਹਮ ਉਮਰਾਂ ਦੇ ਨਾਲ ਮੁਕਾਬਲਾ ਕਰਦਾ, ਟੀਚਰਾਂ ਨਾਲ ਇੰਟਰੈਕਸ਼ਨ ਹੁੰਦੀ ਹੈ, ਤਾਂ ਉਸ ਤੋਂ ਬੱਚਾ ਬਹੁਤ ਕੁਝ ਸਿੱਖਦਾ। ਠੀਕ ਹੈ, ਉਹਦੀ ਇੰਡਸਟਰੀ ਕਰਨ ਦੀ ਸਟੇਜ ਹੁੰਦੀ ਆ, ਹੁਨਰ ਸਿੱਖਣ ਦੀ ਸਟੇਜ ਹੁੰਦੀ ਆ। ਅਗਰ ਤੁਸੀਂ ਉਹਨੂੰ ਕੰਪੇਅਰ ਕਰਦੇ ਹੋ ਵਿਦ ਅਦਰ ਸਟੂਡੈਂਟ, ਜਿਵੇਂ ਅਸੀਂ ਕਹਿੰਦੇ ਆ ਕਿ ਉਹਨਾਂ ਦਾ ਜਵਾਬ ਤਾਂ ਇੰਨੇ ਨੰਬਰ ਲੈ ਕੇ ਆਇਆ, ਤੇਰੇ ਨੰਬਰ 4 ਕਿਉਂ ਘੱਟ ਆ, ਤੇ ਇਹ ਚੀਜ਼ਾਂ ਬੱਚੇ ਦੇ ਵਿੱਚ ਇਨਫੀਰੀਅਰਿਟੀ ਵੀ ਪੈਦਾ ਕਰ ਸਕਦੀਆਂ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਡਾਇਲਮਾ ਜਾਂ ਆਪਾਂ ਕਿ ਜਿਹੜੇ ਸੰਕਟ ਹੈਗੇ ਨੇ ਉਹ ਮੇਜਰ ਨੇ ਐਰਿਕਸਨ ਦੀ ਥਿਊਰੀ ਦੇ ਵਿੱਚ। ਦੋਵਾਂ ਚੀਜ਼ਾਂ ਦੇ ਵਿਚਕਾਰ ਕੰਪੈਰੀਜ਼ਨ ਆ ਜਿਹੜਾ ਸਾਰੀ ਉਮਰ ਚੱਲਦਾ, ਦੋਨਾਂ ਦੇ ਵਿੱਚੋਂ ਇੱਕ ਚੀਜ਼ ਆ ਜਿਹੜੀ ਤੁਹਾਡੇ ਚ ਡਿਵੈਲਪ ਹੁੰਦੀ ਰਹੂਗੀ। ਠੀਕ ਹੈ, ਤੁਹਾਨੂੰ ਅੱਛੀ ਤਰ੍ਹਾਂ ਕਰ ਚੁੱਕੇ ਹੋ ਤੁਸੀਂ ਇਸ ਥਿਊਰੀ ਨੂੰ। ਅਗਰ ਨਹੀਂ ਕਲੀਅਰ ਬੇਟਾ ਦੁਬਾਰਾ ਵੇਖੋ, ਬਾਰ-ਬਾਰ ਪੜੋ ਉਹਨਾਂ ਥਿਊਰੀਜ਼ ਨੂੰ। ਠੀਕ ਹੈ, ਕਲਾਸ ਨੂੰ ਦੇਖ ਲਓ, ਐਗਜ਼ਾਮਪਲ ਦੇ ਤੁਹਾਨੂੰ ਸਮਝਾਇਆ ਹੋਇਆ। ਲਾਸਟ ਕੁਐਸਚਨ ਇਹ ਹੈਗਾ ਬੇਟਾ, ਅਕੋਰਡਿੰਗ ਟੂ ਐਰਿਕਸਨ ਵਿਚ ਇੰਪੋਰਟੈਂਟ ਇਵੈਂਟ ਇਜ਼ ਐਸੋਸੀਏਟਡ ਵਿਦ ਦ ਅਰਲੀ ਚਾਈਲਡਹੁੱਡ ਸਟੇਜ ਆਫ ਡਿਵੈਲਪਮੈਂਟ? ਇਹਨਾਂ ਦੇ ਵਿੱਚੋਂ ਕਹਿੰਦੇ ਕਿਹੜਾ ਮੇਜਰ ਫੀਚਰ ਹੈਗਾ, ਇਵੈਂਟ ਹੈਗਾ, ਮੇਜਰ ਇਵੈਂਟ ਆ ਜਿਹੜਾ ਕਿ ਐਸੋਸੀਏਟ ਕਰਦਾ ਹੈਗਾ ਅਰਲੀ ਚਾਈਲਡਹੁੱਡ ਦੇ ਨਾਲ। ਅਰਲੀ ਚਾਈਲਡਹੁੱਡ ਜਾਨੀ ਕਿ 2 ਤੋਂ ਲੈ ਕੇ 6 ਸਾਲ ਤੱਕ ਦਾ ਪੀਰੀਅਡ। 2 ਸਾਲ ਤੱਕ ਦਾ ਬੱਚਾ ਬੇਟਾ ਫੀਡ ਆਲਰੇਡੀ ਉਹ ਸ਼ੁਰੂ ਤੋਂ ਹੀ ਲੈ ਰਿਹਾ ਹੈਗਾ, ਸਕੂਲ ਹਜੇ ਉਹ ਜਾਣ ਨਹੀਂ ਲੱਗਾ, 6 ਸਾਲ ਤੋਂ ਜਾਣ ਲੱਗਦਾ ਮੰਨਿਆ ਜਾਂਦਾ। ਇੰਟੀਮੇਸੀ ਆ ਜਿਹੜੀ ਉਹ ਜਦੋਂ ਅਡਲਟ ਹੋਊਗਾ ਉਦੋਂ ਤੋਂ ਬਣਨ ਲੱਗਣਗੇ ਉਹਦੇ ਸੰਬੰਧ। ਤਾਂ ਉਹਦੀ ਜਿਹੜੀ ਟਾਇਲਟ ਟ੍ਰੇਨਿੰਗ ਹੈਗੀ ਆ, ਟਾਇਲਟ ਟ੍ਰੇਨਿੰਗ ਬੱਚਾ 1.5 ਸਾਲ ਤੋਂ 2 ਸਾਲ ਤੋਂ ਬੱਚੇ ਦੇ ਵਿੱਚ ਜਿਹੜੀ ਟਾਇਲਟ ਟ੍ਰੇਨਿੰਗ ਹੈਗੀ ਆ ਉਹ ਆ ਜਾਂਦੀ ਹੈ ਨਾ। 2 ਤੋਂ 6 ਸਾਲ ਤੱਕ ਬੱਚਾ ਜਿਹੜਾ ਆਪਣੀ ਪੋਟੀ ਦੇ ਉੱਪਰ ਕੰਟਰੋਲ ਕਰਨਾ, ਖੁਦ ਸਕੂਲ ਪਾਸ ਕਰਨਾ, ਜਾਣਾ, ਹਨਾ, ਟਾਇਲਟ ਜਾਣਾ, ਸਾਰੀਆਂ ਚੀਜ਼ਾਂ ਪੋਟੀ ਟ੍ਰੇਨਿੰਗ ਮਤਲਬ ਉਹਨੂੰ ਪ੍ਰੋਪਰ ਆ ਜਾਂਦੀ ਹੈ। ਤਾਂ ਟਾਇਲਟ ਟ੍ਰੇਨਿੰਗ ਲਰਨ ਕਰਦਾ ਬੱਚਾ ਅਰਲੀ ਚਾਈਲਡਹੁੱਡ ਸਟੇਜ ਦੇ ਵਿੱਚ। ਠੀਕ ਹੈ, ਕਲੀਅਰ? ਤਾਂ ਇਹ ਮੇਜਰ ਟ੍ਰੇਨਿੰਗ ਆ ਜਿਹੜਾ ਬੱਚਾ ਅਰਲੀ ਚਾਈਲਡਹੁੱਡ ਦੇ ਵਿੱਚ ਲਊਗਾ। ਹੋਪ ਤੁਹਾਨੂੰ ਇਹ MCQ ਹੈਲਪਫੁਲ ਰਹਿਣਗੇ। ਠੀਕ ਹੈ, ਇਹਨਾਂ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਾਫੀ ਇਲੈਬੋਰੇਟ ਥੋੜੀ ਬਹੁਤ ਇਨਫੋਰਮੇਸ਼ਨ ਤੁਹਾਨੂੰ ਦੇ ਦੇਵਾਂ। ਇਸ ਤੋਂ ਬਿਨਾ ਬੇਟਾ ਅਗਰ ਤੁਸੀਂ ਜ਼ਿਆਦਾ ਡੈਪਥ ਦੇ ਵਿੱਚ ਥਿਊਰੀ ਕਲਾਸਿਸ ਦੇਖਣਾ ਚਾਹੁੰਦੇ ਹੋ ਜਿੱਥੇ ਕੱਲੀ ਲਾਈਨ ਤੁਹਾਨੂੰ ਕਲੀਅਰ ਕੀਤੀ ਗਈ ਤਾਂ ਤੁਸੀਂ ਕੋਰਸ ਦੇ ਵਿੱਚ ਦੇਖ ਸਕਦੇ ਹੋ। ਤਾਂ ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ। ਅਗਰ ਵੀਡੀਓ ਤੁਹਾਡੇ ਲਈ ਹੈਲਪਫੁਲ ਹੋ ਰਹੀ ਹੈ ਤਾਂ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਥੈਂਕ ਯੂ ਸੋ ਮਚ।